ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹਿਲਾ ਨੌਵਾਂ। ਕਹਾਂ ਮਨ ਵਿਖਿਆ ਸਿਉ ਲਪਟਾਹੀ, ਜਾਂ ਜਗ ਮੈਂ ਕੋ ਰਹਿਣ ਨ ਪਾਵੈ। ਇਕ ਆਵਹਿ ਇਕ ਜਾਹੀ, ਕਹਾਂ ਮਨ ਵਿਖਿਆ ਸਿਉ ਲਪਟਾਹੀ। ਜਾਂ ਜਗ ਮੈਂ ਕੋ ਰਹਿਣ ਨ ਪਾਵੈ। ਇਕ ਆਵਹਿ ਇਕ ਜਾਹੀ। ਰਹਾਉ ਕਾਂ ਕੋ ਤਨ ਧਨ ਸੰਪਤ ਕਾਂ ਕੀ, ਕਾਸਿਉ ਨਿਹੋ ਲਗਾਈ। ਜੋ ਦੀਸੈ ਸੋ ਸਗਲ ਬਿਨਾਸੈ, ਜੋ ਬਾਦਰ ਕੀ ਛਾਈ। ਤਜ ਅਭਿਮਾਨ ਸਰਣ ਸੰਤਨ ਗਹੋ, ਮੁਕਤ ਹੋਹੈ ਛਿਨ ਮਾਹੀ। ਜਨ ਨਾਨਕ ਭਗਵੰਤ ਭਜਨ ਬਿਨ, ਸੁਖ ਸੁਪਨੇ ਪੀ ਨਾਹੀ। ਤਜ ਅਭਿਮਾਨ ਸਰਣ ਸੰਤਨ ਗਾਹੋ, ਮੁਕਤ ਹੋਹੈ ਛਿਨ ਮਾਹੀ। ਜਨ ਨਾਨਕ ਭਗਵੰਤ ਭਜਨ ਬਿਨ, ਸੁਖ ਸੁਪਨੇ ਪੀ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਸਮਰੱਥ ਸਤਿਗੁਰੂ, ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ ਪਰਮ ਸਤਿਕਾਰਯੋਗ ਵਡਭਾਗੀ ਗੁਰੂ ਸਵਾਰੇ ਸਤਸੰਗੀ ਜਨੋ, ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਵਡਭਾਗੀ ਹੋ। ਸਤ ਸੰਗਤ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ। ਗੁਰਬਾਣੀ ਦੀ ਵਿਚਾਰ ਜੋ ਬੜੇ ਚਾਅ ਨਾਲ ਆਪ ਜੀ ਹਰ ਰੋਜ਼ ਸ਼ਰਵਣ ਕਰਦੇ ਹੋ, ਉਹਦੇ ਨਾਲ ਸੰਬੰਧਿਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਪਾਵਨ ਪਵਿੱਤਰ ਬਚਨ ਜੋ ਸਾਰੰਗ ਰਾਗ ਵਿੱਚ ਅੰਕਿਤ ਹਨ, ਆਪ ਜੀ ਸ਼ਰਵਣ ਕਰ ਰਹੇ ਸੀ। ਮਨੁੱਖ ਦੇ ਮਨ ਅੰਦਰ ਪ੍ਰਮਾਤਮਾ ਨੇ ਇੱਕ ਭੁੱਖ ਰੱਖੀ ਹੈ, ਉਹ ਇਹ ਹੈ ਕਿ ਮੈਨੂੰ ਜ਼ਿੰਦਗੀ 'ਚ ਸੁੱਖ ਮਿਲੇ। ਜ਼ਿੰਦਗੀ ਹੈ ਹੀ ਸੁੱਖਾਂ ਦੇ ਲਈ ਹੈ। ਪਰਮਾਤਮਾ ਨੇ ਜੋ ਕੁਝ ਬਣਾਇਆ ਇਹ ਸੁੱਖ ਦੀ ਖਾਤਰ ਹੈ। ਪਰਮਾਤਮਾ ਆਪ ਬੜੇ ਸੁੱਖ ਵਿੱਚ ਰਹਿੰਦਾ ਹੈ। ਗੁਰੂ ਕੀ ਪਵਿੱਤਰ ਬਾਣੀ ਦਾ ਬਚਨ ਹੈ ਕਿ ਤੇਰੇ ਘਰ ਆਨੰਦ ਵਧਾਈ ਤੁਧ ਕਰ। ਪਰਮਾਤਮਾ ਦੇ ਘਰ 'ਚ ਸਦਾ ਆਨੰਦ ਹੈ, ਵਧਾਈਆਂ ਨੇ, ਉਤਸ਼ਾਹ ਹੈ, ਚਾਹ ਹੈ। ਉਹਦਾ ਸਰੂਪ ਵਰਣਨ ਕਰਦੇ ਹਾਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਤ ਸੁਹਾਣ ਸਦਾ ਮਨ ਚਾਓ। ਉਹ ਪਰਮਾਤਮਾ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਬੜਾ ਸੋਹਣੇ ਸਰੂਪ ਵਾਲਾ ਹੈ, ਉਹ ਸਦਾ ਚਾਓ 'ਚ ਰਹਿਣ ਵਾਲਾ ਹੈ। ਚਾਓ ਦਾ ਅਰਥ ਹੈ ਕਿ ਸਦਾ ਆਨੰਦ 'ਚ ਰਹਿਣਾ, ਸਦਾ ਚੜ੍ਹਦੀ ਕਲਾ 'ਚ ਰਹਿਣਾ। ਪਰਮਾਤਮਾ ਸਦਾ ਚਾਓ 'ਚ ਰਹਿੰਦਾ ਹੈ ਤੇ ਇਹ ਪਰਮਾਤਮਾ ਦੀ ਅੰਸ਼ ਹੈ ਜੀਵ, ਉਹਦੀ ਸੰਤਾਨ ਹੈ ਇਹ ਜੀਵ। ਇਹ ਵੀ ਤੇ ਚਾਓ 'ਚ ਹੀ ਰਹਿਣਾ ਚਾਹੀਦਾ ਹੈ। ਮਨੁੱਖੀ ਸਮਾਜ ਨੂੰ ਜਦੋਂ ਅਸੀਂ ਦੇਖਦੇ ਹਾਂ, ਕੋਈ ਭਾਗਾਂ ਵਾਲਾ ਪ੍ਰਾਣੀ ਹੈ ਜਿਹਨੇ ਜ਼ਿੰਦਗੀ ਦਾ ਰਸ ਮਾਣਿਆ, ਜ਼ਿੰਦਗੀ ਦਾ ਚਾਓ ਮਾਣਿਆ। ਇਹ ਤੇ ਅਸੀਂ ਜਿਤਨੇ ਯਤਨ ਕਰਦੇ ਨਾ ਸਾਰੇ, ਉਹ ਭਾਵੇਂ ਕਿਸੇ ਵੀ ਤਰ੍ਹਾਂ ਦੇ ਯਤਨ ਹੋਣ। ਕੋਈ ਵਪਾਰ ਕਰਦਾ ਹੈ, ਧਨ ਦੌਲਤ ਕਮਾਉਂਦਾ ਹੈ, ਕੋਈ ਨੌਕਰੀ ਕਰਕੇ ਧਨ ਦੌਲਤ ਕਮਾਉਂਦਾ ਹੈ, ਜਾਂ ਅਸੀਂ ਬੜੇ ਬੜੇ ਸੋਹਣੇ ਘਰ ਬਣਾਉਂਦੇ ਹਾਂ, ਗੱਡੀਆਂ ਕਾਰਾਂ ਖਰੀਦਦੇ ਹਾਂ, ਸੋਹਣੇ ਹੋਰ ਵਸਤਰ ਲੈਂਦੇ ਹਾਂ। ਇਹ ਸਭ ਕੁਝ ਮਗਰ ਸਾਡੀ ਇੱਕ ਭਾਵਨਾ ਹੁੰਦੀ ਹੈ ਕਿ ਇਹਨਾਂ ਚੀਜ਼ਾਂ 'ਚੋਂ ਸਾਨੂੰ ਸੁੱਖ ਮਿਲੇਗਾ। ਸੁੱਖ ਤਾਂ ਵਾਹਿਗੁਰੂ ਜੀ ਨੇ ਜ਼ਿੰਦਗੀ 'ਚ ਦਿੱਤਾ ਹੈ। ਸਵਾਲ ਹੈ ਕਿ ਦੁੱਖ ਕਿਵੇਂ ਆ ਗਿਆ ਸਾਨੂੰ ਜ਼ਿੰਦਗੀ ਦੇ ਅੰਦਰ। ਦੁੱਖਾਂ ਦਾ ਕਾਰਨ ਇਹ ਹੈ ਕਿ ਮਨੁੱਖ ਜਿਹੜਾ ਹੈ ਨਾ, ਉਹ ਵੱਜ ਗਿਆ ਬੰਧਨਾਂ ਦੇ ਵਿੱਚ। ਇਹਨੂੰ ਵਿਕਾਰਾਂ ਦੇ ਬੰਧਨ, ਔਗਣਾਂ ਦੇ ਬੰਧਨ, ਪਤਾ ਨਹੀਂ ਕਿੰਨੇ ਕੁ ਬੰਧਨ ਮਨੁੱਖ ਨੂੰ ਪੈ ਗਏ ਨੇ।
ਜਿੰਨਾ ਚਿਰ ਇਹ ਬੰਧਨਾਂ ਵਿੱਚ ਰਹੇਗਾ ਇਹ ਕਦੀ ਸੁਖੀ ਨਹੀਂ ਹੋ ਸਕੇਗਾ, ਭਾਵੇਂ ਸਾਰੀ ਦੁਨੀਆ ਦਾ ਰਾਜਾ ਕਿਉਂ ਨਾ ਬਣ ਜਾਏ। ਬੰਧਨ ਭਾਵੇਂ ਸੋਨੇ ਦਾ ਹੋਵੇ ਤੇ ਬੰਧਨ ਭਾਵੇਂ ਲੋਹੇ ਦਾ ਹੋਵੇ। ਸੰਗਲ ਕਹਿ ਲਓ, ਕਿਸੇ ਮਨੁੱਖ ਨੂੰ ਸੋਨੇ ਦੇ ਸੰਗਲ ਨਾਲ ਬੰਨਿਆ ਹੋਏ ਜਾਂ ਉਹਨੂੰ ਲੋਹੇ ਦੇ ਸੰਗਲ ਨਾਲ ਬੰਨਿਆ ਹੋਏ ਕੋਈ ਫਰਕ ਨਹੀਂ ਹੈ। ਬੰਧਨ ਤਾਂ ਬੰਧਨ ਹੀ ਹੈ। ਬੰਧਨ ਭਾਵੇਂ ਕਿਸੇ ਵੀ ਤਰ੍ਹਾਂ ਦਾ ਹੋਵੇ, ਉਹ ਮਨੁੱਖ ਦੇ ਲਈ ਕਦੀ ਸੁਖਦਾਈ ਨਹੀਂ ਹੋ ਸਕਦਾ। ਇੱਕ ਲਫ਼ਜ਼ ਵਰਤਿਆ ਜਾਂਦਾ ਹੈ ਜਿਹਨੂੰ ਆਪਾਂ ਮੁਕਤੀ ਕਹਿੰਦੇ ਹਾਂ, ਕਿ ਮੁਕਤੀ ਹੋਣੀ ਚਾਹੀਦੀ ਹੈ ਬੰਦੇ ਦੀ, ਕਿਤੇ ਅਬਗਤ ਨਾ ਚਲਿਆ ਜਾਏ। ਤੇ ਮੁਕਤੀ ਤਾਂ ਹੋਣੀ ਚਾਹੀਦੀ ਹੈ, ਪਰ ਮੁਕਤੀ ਹੋਣੀ ਕਿਵੇਂ ਹੈ ਉਹਦਾ ਮਨੁੱਖ ਨੂੰ ਗਿਆਨ ਨਹੀਂ ਹੈ। ਅਸੀਂ ਸੋਚਦੇ ਕਿ ਬੰਦਾ ਮਰ ਜਾਏਗਾ, ਉਦੋਂ ਬਾਅਦ ਪਾਠ ਰੱਖ ਦਾਂਗੇ ਮੁਕਤੀ ਹੋ ਜਾਏਗੀ, ਜਾਂ ਮੁਕਤੀ ਦਾ ਸੰਬੰਧ ਮਰਨ ਤੋਂ ਬਾਅਦ ਰੱਖਿਆ ਹੋਇਆ। ਮੁਕਤੀ ਦਾ ਸੰਬੰਧ ਮਰਨ ਤੋਂ ਬਾਅਦ ਹੈ ਹੀ ਨਹੀਂ ਸੀ। ਮੁਕਤੀ ਦਾ ਸੰਬੰਧ ਤਾਂ ਇਸ ਜ਼ਿੰਦਗੀ ਦੇ ਅੰਦਰ ਸੀ। ਮੁਕਤੀ ਦਾ ਅਰਥ ਹੈ ਸੁਤੰਤਰਤਾ, ਮੁਕਤੀ ਦਾ ਅਰਥ ਹੈ ਬੰਦ ਖਲਾਸੀ, ਮੁਕਤੀ ਦਾ ਅਰਥ ਹੈ ਜਿਹਨੂੰ ਆਪਾਂ ਆਜ਼ਾਦੀ ਕਹਿੰਦੇ ਹਾਂ। ਹੁਣ ਸਵਾਲ ਹੈ ਕਿ ਮਨੁੱਖ ਕਿਹੜੇ ਬੰਧਨਾਂ 'ਚ ਪਿਆ ਹੋਇਆ। ਜਿੰਨਾ ਚਿਰ ਬੰਧਨਾਂ 'ਚ ਰਹੇਗਾ ਮਨੁੱਖ ਕਦੀ ਸੁਖੀ ਨਹੀਂ ਹੋ ਸਕੇਗਾ। ਉਹ ਬੰਧਨ ਨੇ ਹਰਖ ਸੋਗ ਦੇ, ਉਹ ਬੰਧਨ ਨੇ ਮਾਨ ਅਪਮਾਨ ਦੇ, ਉਹ ਬੰਧਨ ਨੇ ਉਸਤਤ ਨਿੰਦਾ ਦੇ, ਉਹ ਬੰਧਨ ਨੇ ਅਨੇਕ ਤਰ੍ਹਾਂ ਦੀਆਂ ਬੁਰਾਈਆਂ ਦੇ, ਜਿਨ੍ਹਾਂ ਦੇ ਅਸੀਂ ਬਚ ਗਏ ਹਾਂ। ਦੇਖੋ ਨਾ, ਮਨੁੱਖ ਜ਼ਿੰਦਗੀ 'ਚ ਸੁੱਖ ਮੰਨਣਾ ਚਾਹੁੰਦਾ ਹੈ, ਪਰਿਵਾਰ ਦਾ ਮੋਹ ਹੀ ਉਹਨੂੰ ਭਜਾਈ ਫਿਰਦਾ ਹੈ। ਮੋਹ ਵੀ ਤੇ ਇੱਕ ਬੰਧਨ ਹੈ। ਮਨੁੱਖ ਜਿਹੜਾ ਹੈ ਉਹ ਪੈਸੇ ਜਿਹੜਾ ਹੈ ਉਹ ਸੁੱਖ ਦੇ ਲਈ ਕਮਾਉਂਦਾ ਹੈ, ਪਰ ਉਹ ਮਾਇਆ ਦਾ ਮੋਹ ਇਹੋ ਜਿਹਾ ਪੈ ਗਿਆ ਕਿ ਪੈਸੇ ਬੰਦਾ ਹੁੰਦਿਆਂ ਵੀ ਸੁੱਖ ਨਹੀਂ ਮੰਨ ਸਕਦਾ। ਹੋਰ ਕਮਾ ਲਓ, ਹੋਰ ਕਮਾ ਲਓ, ਪਹਿਲੇ ਕਮਾ ਕੇ ਇਕੱਠੇ ਕਰੀ ਜਾਓ, ਅੱਗੇ ਭੱਜੀ ਜਾਓ, ਉਹਦਾ ਸੁੱਖ ਹੀ ਨਹੀਂ ਮੰਨ ਸਕਦਾ। ਇੱਕ ਬੰਧਨ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ ਪਾਵਨ ਸ਼ਲੋਕਾਂ 'ਚ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਜਿਹੇ ਪ੍ਰਾਣੀ ਹਉ ਮੈਂ ਤਜੀ, ਕਰਤਾ ਰਾਮ ਪਛਾਣ, ਕਉ ਨਾਨਕ ਵੋ ਮੁਕਤ ਨਰ, ਇਹ ਮਨ ਸਾਚੀ ਮਾਨ। ਜਿਸ ਮਨੁੱਖ ਨੇ ਆਪਣੇ ਅੰਦਰੋਂ ਅਹੰਕਾਰ ਤਿਆਗ ਦਿੱਤਾ ਹੈ ਨਾ, ਜਿਹਨੇ ਇਹ ਸਮਝ ਲਿਆ ਕਿ ਸਭ ਕੁਝ ਪਰਮਾਤਮਾ ਦਾ ਬਣਾਇਆ, ਉਹਨੇ ਦਿੱਤਾ, ਉਹਦੀ ਕਿਰਪਾ ਨਾਲ ਚੱਲ ਰਿਹਾ ਹੈ, ਉਹ ਅਹੰਕਾਰ ਛੱਡ ਦਿੰਦਾ ਹੈ। ਸਤਿਗੁਰੂ ਜੀ ਕਹਿੰਦੇ ਉਹ ਬੰਦਾ ਮੁਕਤ ਹੈ। ਮੁਕਤੀ ਦਾ ਸੰਬੰਧ ਹੈ ਅਹੰਕਾਰ ਤੋਂ ਮੁਕਤ ਹੋਣਾ। ਮੁਕਤੀ ਦਾ ਅਰਥ ਹੈ ਕਿ ਵਿਕਾਰਾਂ ਤੋਂ ਮੁਕਤ ਹੋਣਾ, ਚਿੰਤਾਵਾਂ ਤੋਂ ਮੁਕਤ ਹੋਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਅੱਜ ਦਾ ਜੋ ਪਾਵਨ ਪਵਿੱਤਰ ਸ਼ਬਦ ਆਪ ਜੀ ਸਭਨ ਕਰ ਰਹੇ ਸੀ, ਇਸ ਅੰਦਰ ਸਤਿਗੁਰੂ ਜੀ ਨੇ ਸਾਡੀ ਸੰਸਾਰੀ ਜੀਵਨ ਦੀ ਗੱਲ ਕਰਦੇ ਆ ਸਾਨੂੰ ਸਮਝਾਉਂਦੇ ਆ ਕਿ ਭਾਈ ਤੂੰ ਕਿਹੜੇ ਬੰਨੇ ਖਚਤ ਹੋਇਆ ਬੈਠਾ ਹੈ। ਸੁੱਖ ਮੰਨਣਾ ਤੇ ਗੁਰੂ ਕੀ ਹਜ਼ੂਰੀ ਚ ਆ ਕੇ ਅਹੰਕਾਰ ਤੋਂ ਮੁਕਤ ਹੋ, ਗੁਰੂ ਕੀ ਹਜ਼ੂਰੀ ਚ ਆ ਕੇ ਵਿਕਾਰਾਂ ਤੋਂ ਮੁਕਤ ਹੋ। ਜੇ ਵਿਕਾਰਾਂ ਤੋਂ ਮੁਕਤ ਹੋ ਜਾਏਗਾ, ਸੁਤੰਤਰ ਹੋ ਜਾਏਗਾ, ਸਦਾ ਆਨੰਦ ਚਲਿਆ ਜਾਏਗਾ। ਨਹੀਂ ਤੇ ਸਤਿਗੁਰੂ ਜੀ ਕਹਿੰਦੇ ਜੇ ਬੰਧਨਾਂ 'ਚ ਬੱਝਿਆ ਰਿਹਾ ਨਾ, ਤੈਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲ ਸਕਦਾ। ਸੁਪਨੇ ਵਿੱਚ ਵੀ ਕਲਪਨਾ ਨਹੀਂ ਕਰ ਸਕਦਾ ਤੂੰ ਸੁੱਖ ਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਬਖਸ਼ਿਸ਼ ਕਰਦੇ ਆ, ਸਾਨੂੰ ਇਹ ਗਿਆਨ ਪ੍ਰਦਾਨ ਕਰ ਰਹੇ ਨੇ। ਆਓ ਆਪਾਂ ਮਿਲ ਕੇ ਗੁਰੂ ਕੇ ਇਸ ਪਵਿੱਤਰ ਮੁਖ ਵਾਕ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਚਰਨ ਕਮਲਾਂ ਦਾ ਧਿਆਨ ਧਰਦੇ ਹਾਂ, ਪਿਆਰ ਸਹਿਤ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਨੌਵਾਂ, ਕਹਾਂ ਮਨ ਵਿਖਿਆ ਸਿਉ ਲਪਟਾਹੀ। ਵਿਖਿਆ ਦਾ ਅਰਥ ਹੁੰਦਾ ਜ਼ਹਿਰ, ਬਿਖ, ਮਾਇਆ ਨੂੰ ਵਿਖ ਕੇ ਹੈ। ਦੇਖੋ ਪ੍ਰਮਾਤਮਾ ਨੇ ਜੋ ਕੁਝ ਵੀ ਬਣਾਇਆ ਹੈ ਉਹ ਮਨੁੱਖ ਦੀ ਸੁੱਖ ਸਹੂਲਤ ਦੇ ਲਈ ਹੈ। ਅਸੀਂ ਆਮ ਕਹਿੰਦੇ ਆ ਕਿ ਲੋੜ ਤੋਂ ਜ਼ਿਆਦਾ ਕੋਈ ਵੀ ਚੀਜ਼ ਜਿਹੜੀ ਹੈ ਨਾ ਉਹ ਜ਼ਹਿਰ ਬਣ ਜਾਂਦੀ ਹੈ। ਲੋੜ ਤੋਂ ਜ਼ਿਆਦਾ ਮਿੱਠਾ ਮਨੁੱਖ ਲਈ ਜ਼ਹਿਰ ਬਣ ਜਾਂਦਾ ਹੈ, ਘਾਤਕ ਬਣ ਜਾਂਦਾ ਹੈ। ਦੁੱਧ ਕਿੰਨੀ ਵਧੀਆ ਚੀਜ਼ ਹੈ, ਲੋੜ ਤੋਂ ਜ਼ਿਆਦਾ ਪੀ ਲਵੋ ਉਹ ਵੀ ਜ਼ਹਿਰ ਬਣ ਜਾਂਦਾ ਹੈ। ਰੋਟੀ ਪਾਣੀ ਲੋੜ ਤੋਂ ਜ਼ਿਆਦਾ ਖਾ ਲਓ ਉਹ ਵੀ ਮਨੁੱਖ ਨੂੰ ਜੀਵਨ ਦੇਣ ਦੀ ਪਰਦਾਇ ਸਗੋਂ ਰੋਗਾਂ ਦਾ ਕਾਰਨ ਬਣ ਜਾਂਦਾ, ਜ਼ਹਿਰ ਬਣ ਜਾਂਦਾ। ਇਹ ਧਨ ਦੌਲਤ ਪ੍ਰਮਾਤਮਾ ਨੇ ਮਨੁੱਖ ਦੇ ਗੁਜ਼ਰਾਨ ਲਈ ਬਣਾਈ ਹੈ, ਜ਼ਰੂਰੀ ਹੈ। ਲੇਕਿਨ ਜਦੋਂ ਮਨੁੱਖ ਨੇ ਆਪਣੀ ਸੁਰਤ ਲਗਾ ਹੀ ਇਹਦੇ ਵਿੱਚ ਦਿੱਤੀ, ਇਹਦੇ ਨਾਲ ਹੀ ਜੁੜ ਗਿਆ, ਫਿਰ ਇਹ ਸਾਡੇ ਲਈ ਜ਼ਹਿਰ ਬਣ ਗਈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਮਨ ਨੂੰ ਕਹਿੰਦੇ ਨੇ, ਉਹ ਮਨਾ
ਤੂੰ ਕਿੱਥੇ ਐਵੇਂ ਜ਼ਹਿਰ ਦੇ ਨਾਲ ਹੀ ਲਿਮਕਿਆ ਬੈਠਾ ਹੈ, ਜ਼ਹਿਰ ਦੇ ਵਿੱਚ ਹੀ ਖਚਤ ਹੋ ਗਿਆ ਤੂੰ। ਭਾਵ ਮਮਤਾ 'ਚ ਪੈ ਗਏ ਹੈ, ਮੋਹ ਵਿੱਚ ਪੈ ਗਏ ਹੈ, ਲੋਭ ਵਿੱਚ ਪੈ ਗਏ ਹੈ। ਮਾਇਆ ਵਰਤਣ ਜ਼ਰੂਰੀ ਹੈ, ਮਾਇਆ ਤੋਂ ਬਿਨਾਂ ਜ਼ਿੰਦਗੀ ਨਹੀਂ ਲੰਘ ਸਕਦੀ। ਪਰ ਉਹ ਜਿਹੜੇ ਨਾ ਮਾਇਆ ਦੀ ਖਿੱਚ, ਮਾਇਆ ਦਾ ਲਾਲਚ, ਮਾਇਆ ਦਾ ਹੰਕਾਰ, ਇਹ ਜ਼ਹਿਰ ਬਣ ਜਾਂਦਾ ਹੈ। ਸਤਿਗੁਰੂ ਬਚਨ ਜਿਹੇ ਪ੍ਰਾਣੀ ਮਮਤਾ ਤਜੀ, ਜਿਸ ਮਨੁੱਖ ਨੇ ਮਮਤਾ ਤਿਆਗ ਦਿੱਤੀ ਹਿਰਦੇ ਚੋਂ। ਗੁਰਬਾਣੀ ਵਿੱਚ ਜਦੋਂ ਵੀ ਸਤਿਗੁਰੂ ਜੀ ਨੇ ਮਾਇਆ ਦੀ ਗੱਲ ਕੀਤੀ, ਮਾਇਆ ਮਮਤਾ ਮੋਹਣੀ, ਮਾਇਆ ਦੀ ਜਿਹੜੀ ਮਮਤਾ ਹੈ, ਖਿੱਚ ਹੈ, ਪਕੜ ਹੈ, ਉਹ ਮਨੁੱਖ ਨੂੰ ਮੋਹਦੀ ਹੈ। ਮਾਇਆ ਤੇ ਗੁਜਰਾਨ ਹੈ, ਇਨੀ ਤਾਂ ਕੀ ਮੋਹਣ ਹੈ। ਮਾਇਆ ਦੀ ਜਿਹੜੀ ਮਮਤਾ ਚਮਕ ਦਮਕ ਹੈ ਕਿ ਇਹ ਮਾਇਆ ਸ਼ਾਇਦ ਸਾਡੀ ਸਾਰੀ ਜ਼ਿੰਦਗੀ ਆਸਰਾ ਬਣ ਜਾਏਗੀ, ਮਾਇਆ ਸ਼ਾਇਦ ਸਾਡੀ ਬਣ ਜਾਏਗੀ। ਇਹ ਜਿਹੜੀ ਖਿੱਚ ਹੈ ਨਾ, ਇਹ ਮਨੁੱਖ ਲਈ ਦੁਖਦਾਈ ਹੈ। ਇਹ ਜਦੋਂ ਮਨੁੱਖ ਦੇ ਮਨ ਅੰਦਰ ਪੈਦਾ ਹੁੰਦੀ, ਇਹ ਮਾਇਆ ਜ਼ਹਿਰ ਬਣ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ, ਉਹ ਮਨਾ ਤੂੰ ਕਿੱਥੇ ਐਵੇਂ ਜ਼ਹਿਰ ਦੇ ਵਿੱਚ ਹੀ ਲੱਗਿਆ ਬੈਠਾ ਹੈ। ਜਾਂ ਜਗ ਮੈਂ ਕੋ ਰਹਿਣ ਨ ਪਾਵੇ, ਇੱਕ ਆਵੇਂ ਇੱਕ ਜਾਹੀ। ਉਹ ਤੂੰ ਉਸ ਦੁਨੀਆ 'ਚ ਆ ਕੇ, ਜਿਸ ਦੁਨੀਆ ਵਿੱਚ ਆ ਕੇ ਅੱਜ ਤੱਕ ਧਰਤੀ ਤੇ ਕੋਈ ਰਹਿ ਹੀ ਨਹੀਂ ਸਕਿਆ। ਭਾਵੇਂ ਜਿੰਨਾ ਮਰਜ਼ੀ ਕੋਈ ਆਪਣੇ ਆਪ ਨੂੰ ਵੱਡਾ ਗਿਣਦਾ ਹੋਏ, ਧਰਤੀ ਤੇ ਕੋਈ ਸਦਾ ਨਹੀਂ ਰਹਿ ਸਕਿਆ। ਇੱਥੇ ਤੇ ਕਈ ਆਏ ਨੇ, ਕਈ ਜਾ ਰਹੇ ਨੇ। ਇੱਕ ਆਵੇਂ, ਇੱਕ ਦੇ ਕੱਕੇ ਨੂੰ ਔਂਕੜ ਹੈ, ਇਹਦਾ ਅਰਥ ਹੈ ਕੱਕੇ ਨੂੰ ਸਿਹਾਰੀ ਹੈ, ਇਹਦਾ ਅਰਥ ਬਹੁਵਚਨ ਹੈ। ਇੱਥੇ ਇੱਕ ਆਵੇ, ਕਈ ਆ ਰਹੇ ਨੇ, ਇੱਥੇ ਕਈ ਜਾ ਰਹੇ ਨੇ, ਪਤਾ ਨਹੀਂ ਕਿੰਨੇ ਕੁ ਆ ਰਹੇ ਨੇ। ਪਰ ਜਿੰਨੇ ਵੀ ਆ ਜਾ ਰਹੇ ਨੇ, ਉਹਨਾਂ ਦੇ ਲਈ ਇੱਕ ਕਾਨੂੰਨ ਪ੍ਰਮਾਤਮਾ ਨੇ ਬਣਾਇਆ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਕੋਈ ਇੱਥੇ ਥਿਰ ਨਹੀਂ ਰਹੇਗਾ। ਜਦ ਦਾ ਇਹ ਸੰਸਾਰ ਬਣਿਆ, ਜਿਵੇਂ ਪਾਣੀ ਦੇ ਵਿੱਚ ਬੁਲਬੁਲੇ ਪੈਦਾ ਹੁੰਦੇ ਨੇ, ਕਿੰਨੇ ਬੁਲਬੁਲੇ ਬਣਦੇ ਨੇ, ਟੁੱਟਦੇ ਨੇ। ਕਦੀ ਤੁਸੀਂ ਦਰਿਆਵਾਂ ਦੇ ਕੰਢਿਆਂ ਤੇ ਜਾ ਕੇ, ਸਮੁੰਦਰ ਦੇ ਕੰਢੇ ਤੇ ਜਾ ਕੇ ਦੇਖੋ, ਕਿੰਨੇ ਬੁਲਬੁਲੇ ਬਣਦੇ ਨੇ, ਟੁੱਟਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਨੇ, ਇਸ ਧਰਤੀ ਤੇ ਕਿੰਨੇ ਕੁ ਜੀਵ ਆਉਂਦੇ ਨੇ, ਜਾਂਦੇ ਨੇ, ਕੋਈ ਗਿਣਤੀ ਨਹੀਂ। ਇਹ ਤੇ ਜੈਸੇ ਜਲ ਤੇ ਬੁੱਧ ਬੁਦਾ ਉਪਜੈ ਬਿਨ ਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਸਤਿਗੁਰੂ ਜੀ ਕਹਿੰਦੇ, ਇਹ ਜਗਤ ਦੀ ਰਚਨਾ ਇਵੇਂ ਹੈ ਜਿਵੇਂ ਪਾਣੀ ਦੇ ਬੁਲਬੁਲੇ ਨੇ। ਕਿੰਨੇ ਬੁਲਬੁਲੇ ਬਣਦੇ ਨੇ, ਟੁੱਟਦੇ ਨੇ, ਕਿੰਨੇ ਲੋਕ ਆਉਂਦੇ ਨੇ, ਜਾਂਦੇ ਨੇ। ਇਹੋ ਜਿਹੇ ਜਗ ਵਿੱਚ ਆ ਕੇ ਮਨਾ ਤੂੰ ਕੇਵਲ ਤੇ ਕੇਵਲ ਮਾਇਆ ਨਾਲ ਹੀ ਜੁੜ ਗਿਆ। ਕਈ ਆਏ ਜਿਹੜੇ ਕਹਿੰਦੇ ਕਿ ਮਾਇਆ ਸਾਡੀ ਹੈ। ਉਹਨਾਂ ਨੇ ਦੁਨੀਆ ਤੇ ਜ਼ੋਰ ਜ਼ੁਲਮ ਕਰਕੇ, ਝੂਠ ਅਪਰਾਧ ਬੋਲ ਕੇ ਬਹੁਤ ਮਾਇਆ ਇਕੱਤਰ ਕਰ ਲਈ। ਕਹਿੰਦੇ ਕਿ ਇਹ ਧਨ ਸਾਡਾ ਹੀ ਹੈ, ਲੇਕਿਨ ਜਾਣ ਲੱਗਿਆ ਧਨ ਹੁੰਦਾ ਦਾ ਇੱਥੇ ਰਹਿ ਗਿਆ, ਕੋਈ ਨਾਲ ਨਾ ਲੈ ਸਕਿਆ। ਬੰਦਿਆ, ਐਸ ਦੁਨੀਆ ਵਿੱਚ ਆ ਕੇ ਜਿੱਥੇ ਕਈ ਆਏ ਤੇ ਖਾਲੀ ਹੱਥ ਚਲੇ ਗਏ, ਤੂੰ ਸਿਰਫ ਤਾਂ ਸਿਰਫ ਕੇਵਲ ਇਸ ਦੁਨੀਆ ਵਿੱਚ ਆ ਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਕੇਵਲ ਤਾਂ ਕੇਵਲ ਤੂੰ ਧਨ ਨਾਲ ਹੀ ਜੁੜ ਗਿਆ, ਮਾਇਆ ਨਾਲ ਹੀ ਜੁੜ ਗਿਆ, ਵਿਖਿਆ ਨਾਲ ਜੁੜ ਗਿਆ। ਉਹ ਵੀ ਜਿੱਥੇ ਰਹਿਣ ਨਹੀਂ ਕੋਈ ਸਕਦਾ। ਸਤਿਗੁਰੂ ਜੀ ਨੇ ਬਚਨ ਕਹੇ, ਰਹਾਉ ਕਾਂ ਕੋ ਤਨ ਤਨ ਸੰਪਤ ਕਾਂ ਕੀ, ਕਾਸਿਓ ਨੇਹੋ ਲਗਾਈ। ਮਨੁੱਖ ਇਹ ਸੋਚਦਾ ਕਿ ਸਰੀਰ ਮੇਰਾ ਹੈ, ਇਸ ਸਰੀਰ ਵਿੱਚ ਰਹਿੰਦਿਆਂ ਸੁੱਖ ਮਿਲਣੇ ਚਾਹੀਦੇ ਨੇ, ਧਨ ਕਮਾ ਲਓ ਵੱਧ ਤੋਂ ਵੱਧ। ਧਨ ਮਨੁੱਖ ਦੀ ਸਹੂਲਤ ਲਈ ਹੈ, ਪਰ ਧਨ ਕਮਾਉਣ ਲਈ ਬੰਦਾ ਦੁਖੀ ਹੋ ਜਾਂਦਾ ਹੈ। ਪਹਿਲਾਂ ਉਹਨੂੰ ਕਮਾਉਣ ਦੀ ਇਹਨੂੰ ਚਿੰਤਾ ਲੱਗੀ ਰਹਿੰਦੀ ਹੈ। ਕਮਾਉਣ ਵਾਲੇ ਬੰਨੇ ਲੱਗ ਕੇ ਆਪਣੇ ਸਰੀਰ ਦੀ ਤੰਦਰੁਸਤੀ ਕੁਰਬਾਨ ਕਰ ਦਿੰਦਾ ਹੈ ਬੰਦਾ। ਧਨ ਲਈ ਮਿਹਨਤ ਕਰਨੀ ਚਾਹੀਦੀ ਹੈ, ਜ਼ਰੂਰੀ ਹੈ। ਪਰ ਮਨੁੱਖ ਧਨ ਦੇ ਮਗਰ ਇੰਨਾ ਕਈ ਵਾਰੀ ਪੈ ਜਾਂਦਾ ਹੈ, ਉਹ ਸਰੀਰ ਦੀ ਅਣਦੇਖੀ ਵੀ ਕਰਦਾ ਹੈ। ਰੱਬ ਨੂੰ ਤਾਂ ਚੇਤੇ ਕਿਤੇ ਕਰਨਾ ਹੈ। ਵੇਲੇ ਸਿਰ ਰੋਟੀ ਪਾਣੀ ਨਾ ਖਾਣਾ, ਵੇਲੇ ਸਿਰ ਸੌਣਾ ਨਾ, ਹੋਰ ਸਰੀਰ ਕਿਰਿਆਵਾਂ ਵੱਲੋਂ ਅਵੇਸਲੇ ਹੋ ਜਾਣਾ। ਮਨੁੱਖ ਆਪਣੇ ਸਰੀਰ ਨੂੰ ਰੋਗੀ ਕਰ ਲੈਂਦਾ। ਦਿਨ ਰਾਤ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ। ਦਿਨ ਰਾਤ ਬੰਦਾ ਜਿਹੜਾ ਹੈ ਨਾ ਡੋਲਦਾ ਰਹਿੰਦਾ ਹੈ, ਇਧਰ ਉਧਰ ਡਾਵਾਂ ਡੋਲ ਅਵਸਥਾ 'ਚ ਫਿਰਦਾ ਰਹਿੰਦਾ ਹੈ। ਹਰਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਧਨ ਦੀ ਗੱਲ ਕਰਦਾ, ਅੱਜ ਤੱਕ ਤੇ ਧਨ ਕਿਸੇ ਦਾ ਹੋਇਆ ਨਹੀਂ ਹੈ। ਹਰ ਬੰਦਾ ਆਪਣਾ ਧਨ ਇੱਥੇ ਛੱਡ ਕੇ ਚਲਿਆ ਜਾਂਦਾ ਹੈ।
ਜਿਹੜਾ ਬੰਦਾ ਸਾਰੀ ਜ਼ਿੰਦਗੀ ਕਹਿੰਦਾ ਕਿ ਮੈਂ ਹਾਂ, ਮੇਰਾ ਸਰੀਰ ਹੈ, ਮੈਂ ਬਲਵਾਨ ਹਾਂ, ਮੈਂ ਬੜਾ ਤਗੜਾ ਹਾਂ, ਬੜਾ ਸੁੰਦਰ ਹਾਂ, ਉਹ ਪਤਾ ਉਦੋਂ ਲੱਗਦਾ ਜਦੋਂ ਕਹਿੰਦੇ ਜੀ ਫਲਾਣਾ ਤੇ ਆਪਣਾ ਸਰੀਰ ਹੀ ਛੱਡ ਗਿਆ। ਚਲੋ ਉਹਨੂੰ ਬਾਹਰ ਕੱਢ ਆਈਏ। ਬੰਦਾ ਸਰੀਰ ਵੀ ਆਪਣਾ ਨਹੀਂ ਲੈ ਕੇ ਜਾਂਦਾ। ਸਤਿਗੁਰੂ ਜੀ ਕਹਿੰਦੇ ਤੂੰ ਕਾਹਦੇ ਲਈ ਆਪਣੇ ਸਰੀਰ ਲਈ ਮਾਇਆ ਇਕੱਠੀ ਕਰ ਰਿਹਾ? ਕਾਂ ਕੋ ਤਨ ਧਨ ਸੰਪਤ ਕਾ ਕੀ। ਤੂੰ ਇਹ ਦੌਲਤ ਇਸ ਲਈ ਇਕੱਤਰ ਕਰ ਰਿਹਾ ਹੈ ਕਿ ਇਹ ਤੇਰੀ ਬਣ ਜਾਏਗੀ। ਅੱਜ ਤੱਕ ਕਿਸੇ ਮਨੁੱਖ ਦੀ ਇਹ ਦੌਲਤ ਬਣੀ ਨਹੀਂ। ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਇਹ ਤਾਂ ਕਦੀ ਆ ਗਿਆ ਕਦੀ ਚਲੇ ਗਿਆ, ਉਹ ਪ੍ਰਮਾਤਮਾ ਦੇ ਹੁਕਮ ਵਿੱਚ ਇਹ ਥਿਰ ਨਹੀਂ ਹੈ। ਇਸ ਕਰਕੇ ਅੱਜ ਤੱਕ ਕਿਸੇ ਦਾ ਸਰੀਰ ਨਹੀਂ ਹੋਇਆ। ਕਾਂ ਕੋ ਤਨ ਧਨ ਸੰਪਤ ਕਾ ਕੀ। ਇਹ ਧਨ ਸੰਪਤੀ ਵੀ ਕਿਸੇ ਦੀ ਨਹੀਂ ਹੋਈ, ਕੋਈ ਇਹਨੂੰ ਨਾਲ ਨਹੀਂ ਲੈ ਗਿਆ। ਕਾਸਿਓ ਨੇਹੋ ਲਗਾਈ। ਇਹ ਬੰਦਿਆ ਤੂੰ ਕਿਹਦੇ ਨਾਲ ਨੇਹੋ ਲਗਾਇਆ ਹੋਇਆ? ਕਾਦੀ ਖਾਤਰ ਤੂੰ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਹੈ? ਗੁਰਬਾਣੀ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਜੀ ਇੱਕ ਥਾਂ ਤੇ ਬੜਾ ਪਿਆਰਾ ਬਚਨ ਕਿਹਾ। ਅਨਕ ਪ੍ਰਕਾਰ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨ ਸੇ ਉਹ ਮਨ ਪਛਤਾਵੈ। ਜੋ ਦਿਸੈ ਸੋ ਚਾਲਣ ਹਾਰ ਲਵ ਟਰੂ ਤੇ ਅੰਧ ਅੰਧਾਰ। ਬਟਾਉ ਸਿਉ ਜੋ ਲਾਵੇ ਨੇਹ ਤਾਕੇ ਹੱਥ ਨ ਆਵੇ ਕੇਹ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਤੁਹਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਬੰਦਿਆ ਐਸ ਧਰਤੀ ਤੇ ਜਿੰਨੇ ਮਾਇਆ ਦੇ ਹੇਤ ਨੇ, ਕਈ ਤਰੀਕਿਆਂ ਨਾਲ ਮਾਇਆ ਸਾਨੂੰ ਵਿਆਪਦੀ ਹੈ ਨਾ। ਕਿਤੇ ਰੁਤਬੇ ਦੇ ਰੂਪ ਵਿੱਚ, ਕਿਤੇ ਸੁੰਦਰਤਾ ਦੇ ਰੂਪ ਵਿੱਚ, ਕਿਤੇ ਜਵਾਨੀ ਦੇ ਰੂਪ ਵਿੱਚ, ਕਿਤੇ ਧਨ ਦੌਲਤ ਦੇ ਰੂਪ ਵਿੱਚ, ਕਿਤੇ ਆਪਾਂ ਦੇਖਦੇ ਰਿੱਧੀਆਂ ਸਿੱਧੀਆਂ ਦੇ ਰੂਪ ਵਿੱਚ, ਕਿਤੇ ਦੁਨੀਆ ਸਾਡੀ ਬੜੀ ਇੱਜ਼ਤ ਕਰਦੀ ਉਹਦੇ ਰੂਪ ਵਿੱਚ। ਸਤਿਗੁਰੂ ਸਾਹਿਬ ਜੀ ਕਹਿੰਦੇ ਅਨੇਕ ਪ੍ਰਕਾਰ ਮਾਇਆ ਕੇ ਹੇਤ। ਇਹ ਧਰਤੀ ਤੇ ਜਿਹੜੇ ਮਾਇਆ ਦੇ ਕਈ ਤਰ੍ਹਾਂ ਦੇ ਰੂਪ ਨੇ। ਸਰਪਰ ਹੋਵਤ ਜਾਨ ਅਨੇਤ। ਸਰਪਰ ਦਾ ਅਰਥ ਹੁੰਦਾ ਯਕੀਨਨ, ਜਿਹਨੂੰ ਆਪਾਂ ਕਹਿੰਦੇ ਗਰੰਟੀ ਹੈ। ਯਕੀਨਨ ਤੌਰ ਤੇ ਉਹ ਅਨੇਤ ਨੇ, ਭਾਵ ਸਦਾ ਕਾਇਮ ਰਹਿਣ ਵਾਲੇ ਨਹੀਂ ਹੈ, ਬਿਨਸ ਜਾਂਦੇ ਨੇ, ਹਮੇਸ਼ਾ ਨਹੀਂ ਰਹਿੰਦੇ। ਸਤਿਗੁਰੂ ਸਾਹਿਬ ਜੀ ਕਹਿੰਦੇ ਬਿਰਖ ਕੀ ਛਾਇਆ ਸਿਉ ਰੰਗ ਲਾਵੇ। ਇਹ ਤੇ ਮਾਇਆ ਦੇ ਅਨੇਕ ਤਰ੍ਹਾਂ ਦੇ ਰੰਗਾਂ ਨਾਲ ਪਿਆਰ ਪਾਉਣਾ ਇਵੇਂ ਹੈ ਜਿਵੇਂ ਕੋਈ ਦਰਖਤ ਦੀ ਛਾਂ ਦੇ ਨਾਲ ਨਹੀਂ ਪਿਆਰ ਪਾ ਲੈਂਦਾ। ਦਰਖਤ ਦੀ ਛਾਂ ਜਿਹੜੀ ਹੈ ਉਹ ਸੂਰਜ ਦੇ ਚੱਲਣ ਨਾਲ ਢਲ ਜਾਣੀ ਹੈ। ਸਵੇਰੇ ਸੂਰਜ ਚੜ੍ਹਦਾ, ਦਰਖਤ ਦੀ ਛਾਂ ਜਿਹੜੀ ਹੋਰ ਪਾਸੇ ਹੁੰਦੀ ਹੈ। ਸਿਰ ਤੇ ਸੂਰਜ ਆ ਜੇ ਛਾਂ ਹੋਰ ਪਾਸੇ ਹੁੰਦੀ ਹੈ। ਸ਼ਾਮਾਂ ਪੈ ਜਾਣ ਛਾਂ ਹੋਰ ਪਾਸੇ ਹੁੰਦੀ ਹੈ। ਸੂਰਜ ਅਸਤ ਹੋ ਜਾਏ ਛਾਂ ਨਜ਼ਰ ਹੀ ਨਹੀਂ ਆਉਂਦੀ। ਸਤਿਗੁਰੂ ਜੀ ਕਹਿੰਦੇ ਬਿਰਖ ਕੀ ਛਾਇਆ ਸਿਉ ਰੰਗ ਲਾਵੇ। ਰੰਗ ਦਾ ਅਰਥ ਪਿਆਰ। ਜਿਹੜਾ ਬੰਦਾ ਬਿਰਖ ਦੀ ਛਾਂ ਦੇ ਨਾਲ ਪਿਆਰ ਪਾ ਲੈਂਦਾ ਉਹ ਬਿਨਸ ਹੈ, ਉਹ ਮਨ ਪਛਤਾਵੇ। ਜਦੋਂ ਉਹ ਛਾਂ ਬਿਨਸ ਜਾਂਦੀ ਹੈ ਨਾ, ਤੇ ਜਿਹਨੇ ਪਿਆਰ ਪਾਇਆ ਉਹਨੂੰ ਝੂਰਨਾ ਪੈਂਦਾ ਹੈ। ਸਤਿਗੁਰੂ ਜੀ ਕਹਿੰਦੇ ਇਹ ਦੁਨੀਆ ਦਾ ਮੋਹ ਵੀ ਦਰਖਤ ਦੀ ਛਾਂ ਵਰਗਾ ਹੈ। ਜੋ ਦਿਸੇ ਸੋ ਚਾਲਣ ਹਾਰ ਲਪਟਰੂ ਤੇ ਅੰਧ ਅੰਧਾਰ। ਐਸ ਦੁਨੀਆ 'ਚ ਜੋ ਦਿਸਦਾ ਹੈ ਉਹ ਚਲੇ ਜਾਣ ਵਾਲਾ ਹੈ। ਪਰ ਬੰਦਾ ਅਗਿਆਨਤਾ ਚੇਤਨ ਲਪਟਿਆ ਹੋਇਆ ਹੈ। ਬੰਦੇ ਦੀ ਹਾਲਤ ਤਾਂ ਇਹ ਹੈ ਜਿਵੇਂ ਕੋਈ ਮੁਸਾਫਰ ਨਾਲ ਪਿਆਰ ਪਾ ਲੇ, ਹਿੱਤ ਪਾ ਲੇ। ਮੁਸਾਫਰ ਨੇ ਤੇ ਸਦਾ ਨਾਲ ਨਹੀਂ ਰਹਿਣਾ, ਜਦੋਂ ਉਹਦੀ ਮੰਜ਼ਿਲ ਆਈ ਉਹਨੇ ਤੇ ਵੱਖਰੇ ਹੋ ਹੀ ਜਾਣਾ। ਬਟਾਊ ਸਿਉ ਜੋ ਲਾਵੇ ਨੇ ਤਾਕੇ ਹੱਥ ਨਾ ਆਵੇ ਕਿ। ਬਟਾਊ ਮੈਨਾ ਮੁਸਾਫਰ। ਜਿਵੇਂ ਕੋਈ ਮੁਸਾਫਰ ਦੇ ਨਾਲ ਪਿਆਰ ਪਾ ਲਏ, ਉੱਥੋਂ ਕੀ ਮਿਲਣਾ ਬੰਦੇ ਨੂੰ? ਮੁਸਾਫਰ ਆਇਆ ਆਪਣੇ ਸਫ਼ਰ ਤੇ ਅੱਗੇ ਚਲਿਆ ਗਿਆ। ਅਸੀਂ ਮੁਸਾਫਰ ਹਾਂ ਧਰਤੀ ਤੇ, ਜਿੰਨੇ ਵੀ ਆਏ ਹਾਂ ਇਹ ਸਾਰੇ ਵਾਹਿਗੁਰੂ ਜੀ ਦੇ ਹੁਕਮ 'ਚ ਪ੍ਰਾਹੁਣਿਆਂ ਦੀ ਵਾਂਗੂ ਨੇ। ਗੁਰਬਾਣੀ ਦਾ ਬਚਨ ਕਿ ਜੈਸੇ ਰਹਿਣ ਪ੍ਰਾਹੁਣੇ ਉੱਠ ਚੱਲ ਸਹਿ ਪ੍ਰਭਾਤ। ਜਿਵੇਂ ਪ੍ਰਾਹੁਣੇ ਆਉਂਦੇ ਨੇ ਪ੍ਰਭਾਤ ਹੋਣ ਤੇ ਚਲੇ ਜਾਂਦੇ ਨੇ, ਅਸੀਂ ਮੁਸਾਫਰ ਹਾਂ। ਇਸ ਜੱਗ ਦੇ ਮੁਸਾਫਰਖਾਨੇ 'ਚ ਆਏ ਤੇ ਫਿਰ ਅਸੀਂ ਕਿਹਦੇ ਨਾਲ ਪਿਆਰ ਪਾਵਾਂਗੇ? ਕਿਹਨੂੰ ਕਵਾਂਗੇ ਇਹ ਸਾਡਾ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦਿਆ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਪਾਈ। ਤੂੰ ਜੇ ਸੁਖਦਾਈ, ਜੇ ਤੂੰ ਪ੍ਰੀਤ ਪਾਉਣੀ ਹੈ ਨਾ ਤੇ ਪਰਮਾਤਮਾ ਦੇ ਨਾਮ ਨਾਲ ਪਾ। ਨਾਮ ਦੀ ਪ੍ਰੀਤ ਸਦਾ ਸੁਖਦਾਈ ਹੈ। ਦੁਨੀਆ ਦੀ ਕੋਈ ਪ੍ਰੀਤ ਸਦਾ ਸੁਖਦਾਈ ਨਹੀਂ ਹੈ। ਜਿਹੜੀ ਪ੍ਰੀਤ ਅੱਜ ਚੰਗੀ ਲੱਗਦੀ ਉਹ ਕੱਲ ਨੂੰ ਉਹਦੇ ਚੋਂ ਦੁੱਖ ਮਿਲਣਗੇ। ਦੇਖੋ ਦੁਨੀਆ ਦੀ ਕਿਸੇ ਪ੍ਰੀਤ ਨੂੰ ਦੇਖ ਲਓ, ਬੜੇ ਚਾਅ ਦੇ ਨਾਲ ਅਸੀਂ ਰਿਸ਼ਤੇਦਾਰੀਆਂ ਜੋੜਦੇ ਹਾਂ। ਨਵੀਂ ਨਵੀਂ ਰਿਸ਼ਤੇਦਾਰੀ ਹੋਵੇ, ਆਉਣ ਜਾਣ ਦਾ ਕਿੰਨਾ ਚਾਅ ਹੁੰਦਾ ਹੈ, ਖੁਸ਼ੀ ਹੁੰਦੀ ਕਿ ਸਾਡਾ ਇਹ ਰਿਸ਼ਤੇਦਾਰ ਸਾਡੇ ਘਰ ਆ ਰਿਹਾ ਹੈ। ਉਹਨੂੰ ਵੀ ਬੜਾ ਮਾਣ ਹੁੰਦਾ ਕਿ ਸਾਡਾ ਰਿਸ਼ਤੇਦਾਰ ਆਏਗਾ।
ਕਿੰਨੇ ਸੋਹਣੇ ਸੋਹਣੇ ਕੱਪੜੇ ਪਾ ਕੇ ਉਚੇਚ ਕਰਕੇ ਅਸੀਂ ਰਿਸ਼ਤੇਦਾਰਾਂ ਨੂੰ ਮਿਲਦੇ ਹਾਂ, ਉਹਨਾਂ ਕੋਲ ਜਾਂਦੇ ਹਾਂ, ਉਹ ਸਾਡੇ ਕੋਲ ਆਉਂਦੇ ਨੇ। ਪਰ ਜਿਉਂ-ਜਿਉਂ ਟਾਈਮ ਅੱਗੇ ਚੱਲਦਾ ਜਾਂਦਾ ਹੈ, ਉਹ ਜਿਹੜਾ ਚਾਅ ਹੈ ਨਾ, ਉਹ ਮੱਠਾ ਪੈਂਦਾ ਚੱਲਿਆ ਜਾਂਦਾ ਹੈ। ਮੱਠਾ ਪੈਣਾ ਤੇ ਅਲੱਗ ਚੀਜ਼ ਹੈ। ਕਈ ਵਾਰੀ ਉਹ ਚਾਅ ਜਿਹੜਾ ਨਾ ਦੁਸ਼ਮਣੀ 'ਚ ਵੀ ਬਦਲ ਜਾਂਦਾ ਹੈ, ਵੈਰ ਵਿਰੋਧ 'ਚ ਵੀ ਬਦਲ ਜਾਂਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਦੁਨੀਆ ਦੀ ਕੋਈ ਪ੍ਰੀਤ ਸੁਖਦਾਈ ਨਹੀਂ ਹੈ। ਸਭ ਤੋਂ ਜ਼ਿਆਦਾ ਤੇ ਅਸੀਂ ਪਿਆਰ ਆਪਣੇ ਪਰਿਵਾਰ ਨੂੰ ਕਰਦੇ ਹਾਂ ਨਾ, ਬੱਚਿਆਂ ਨੂੰ ਕਰਦੇ ਹਾਂ। ਔਰ ਕਿਸੇ ਥਾਂ ਤੇ ਜਾ ਕੇ ਜਿੰਨਾ ਮਰਜ਼ੀ ਸਿਆਣਾ ਬੰਦਾ ਹੋਵੇ, ਕਹਿੰਦਾ ਕਿ ਸਭ ਠੀਕ ਹੈ, ਪਰ ਨਿਆਣਿਆਂ ਕਰਕੇ ਬੜੇ ਪਰੇਸ਼ਾਨ ਆ। ਉਹ ਨਿਆਣਿਆਂ ਦਾ ਮੋਹ ਵੀ ਸਾਡੇ ਲਈ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ। ਦੁਨੀਆ ਦੀ ਹਰ ਪ੍ਰੀਤ ਜਿਹੜੀ ਉਹ ਦੁਖਦਾਈ ਹੈ। ਲੇਕਿਨ ਸਤਿਗੁਰੂ ਜੀ ਕਹਿੰਦੇ ਮਨ ਹਰ ਕੇ ਨਾਮ ਕਰ ਪ੍ਰੀਤ ਸੁਖਦਾਈ। ਉਹ ਮਨਾ ਪਰਮਾਤਮਾ ਦੇ ਨਾਮ ਦਾ ਪਿਆਰ ਸੁਖਦਾਈ ਹੈ ਔਰ ਸਦਾ ਸੁਖਦਾਈ ਹੈ। ਕੇਵਲ ਇੱਕ ਸਮੇਂ ਨਹੀਂ, ਹਰ ਕੋ ਨਾਮ ਸਦਾ ਸੁਖਦਾਈ। ਜਾਂ ਕੋ ਸਿਮਰ ਅਜਾਮਲ ਉਦਰਿਓ ਗਨ ਕਾਹੂ ਗਤ ਪਾਈ। ਸਤਿਗੁਰੂ ਜੀ ਕਹਿੰਦੇ ਉਹ ਵਾਹਿਗੁਰੂ ਜੀ ਦਾ ਨਾਮ ਜਿਹਨੂੰ ਸਿਮਰ ਕੇ ਗਨਕਾ ਦਾ, ਪ੍ਰਹਿਲਾਦ ਦਾ, ਧਰੂ ਦਾ ਉਧਾਰ ਹੋ ਗਿਆ, ਉਹ ਸਦਾ ਸੁਖ ਦੇਣ ਵਾਲਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਉਹ ਬੰਦਿਆ ਤੂੰ ਸਦਾ ਸੁਖ ਚਾਹੁੰਦਾ, ਤੂੰ ਸਾਰੇ ਸੁਖ ਚਾਹੁੰਦਾ। ਇਹ ਗੱਲ ਚੇਤੇ ਰੱਖੀ, ਸਭ ਸੁਖ ਦਾਤਾ ਰਾਮ ਹੈ। ਸਾਰੇ ਸੁਖ ਦੇਣ ਵਾਲਾ ਪ੍ਰਮਾਤਮਾ ਹੈ, ਦੂਸਰੇ ਨਾ ਹਨ ਕੋਏ, ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਤੇ ਜੇ ਤੂੰ ਸਾਰੇ ਸਦਾ ਹੀ ਸੁਖ ਚਾਹੁੰਦਾ, ਫਿਰ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਦੇ। ਫਿਰ ਪ੍ਰਮਾਤਮਾ ਦੀ ਸ਼ਰਨ ਚ ਆ ਜਾ। ਪ੍ਰਮਾਤਮਾ ਦੀ ਸ਼ਰਨ ਤੋਂ ਭਾਵ ਹੈ ਕਿ ਉਸ ਪ੍ਰਮਾਤਮਾ ਨੂੰ ਚੇਤੇ ਕਰਕੇ ਆਪਣੇ ਅੰਦਰੋਂ ਮਾਣ ਤਣ ਤਿਆਗ ਦੇ, ਹੰਕਾਰ ਤਿਆਗ ਦੇ, ਨਿਰੋਲ ਪ੍ਰਮਾਤਮਾ ਦੇ ਭਰੋਸੇ ਤੇ ਜ਼ਿੰਦਗੀ ਬਤੀਤ ਕਰ। ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਬੰਦਿਆ ਐਸ ਧਰਤੀ ਤੇ ਕਾਂ ਕੋ ਤਨ ਧਨ ਵਿਖਿਆ ਸੰਪਤ ਕਾਂ ਕੀ, ਕਾਂ ਸਿਓ ਨੇ ਹੋ ਲਗਾਈ। ਉਹ ਬੰਦਿਆ ਕਿਹਦੀ ਧਨ ਦੌਲਤ ਹੈ, ਕਿਹਦੀ ਇਹ ਸੰਪਤੀ ਹੈ, ਤੂੰ ਕਿਹਦੇ ਨਾਲ ਪਿਆਰ ਪਾਈ ਬੈਠਾ ਹੈ। ਇਹਨਾਂ ਚੋਂ ਕਿਸੇ ਨੇ ਤੇਰੇ ਸੰਗੀ ਸਾਥੀ ਨਹੀਂ ਬਣਨਾ, ਮਦਦਗਾਰ ਨਹੀਂ ਬਣਨਾ। ਜੋ ਦਿਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਈ। ਗੁਰਦੇਵ ਕਹਿੰਦੇ ਜੋ ਕੁਝ ਨਜ਼ਰ ਆ ਰਿਹਾ ਹੈ ਨਾ, ਇਹ ਬੱਦਲ ਦੀ ਛਾਂ ਵਾਂਗੂ ਹੈ। ਜਿਵੇਂ ਬੱਦਲ ਦੀ ਛਾਂ ਸਦਾ ਥਿਰ ਨਹੀਂ ਰਹਿੰਦੀ, ਆਖਰ ਬਿਨਸ ਜਾਂਦੀ ਹੈ, ਇਵੇਂ ਜੋ ਕੁਝ ਧਰਤੀ ਤੇ ਦਿਖ ਰਿਹਾ ਹੈ ਨਾ, ਇਹ ਵੀ ਬਿਨਸ ਜਾਣਾ, ਇਹ ਵੀ ਸਦਾ ਕਾਇਮ ਨਹੀਂ ਰਹਿਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੂੰ ਕਿਉਂ ਐਵੇਂ ਆਪਣਾ ਜੀਵਨ ਜਿਹੜਾ ਹੈ ਇਹ ਮੋਹ ਮਾਇਆ ਵਿੱਚ ਲਿਪਟ ਕੇ ਹੀ ਆਪਣਾ ਬਤੀਤ ਕਰੀ ਜਾ ਰਿਹਾ ਹੈ। ਤੇਰੀ ਜ਼ਿੰਦਗੀ ਅਕਾਰ ਤੁਰੀ ਜਾ ਰਹੀ ਹੈ। ਸਤਿਗੁਰੂ ਜੀ ਨੇ ਸੁਚੇਤ ਕੀਤਾ ਸੀ, ਬੀਤ ਜਾਹੇ ਜਨਮ ਅਕਾਜ ਰੇ। ਅਕਾਜ ਮਨਾ ਅਕਾਰਥ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਸਤਿਗੁਰੂ ਜੀ ਕਹਿੰਦੇ ਤੇਰਾ ਇਹ ਜੀਵਨ ਮਾਇਆ ਦੇ ਰੰਗ 'ਚ ਬਿਰਥਾ ਤੁਰਿਆ ਜਾ ਰਿਹਾ, ਆਕਾਰ ਤੁਰਿਆ ਜਾ ਰਿਹਾ। ਜਿਸ ਮਕਸਦ ਲਈ ਤੂੰ ਆਇਆ ਉਧਰ ਤੇਰਾ ਧਿਆਨ ਨਹੀਂ ਹੈ, ਤੇ ਜਿਸ ਬੰਨੇ ਤੂੰ ਜੁੜਿਆ ਹੋਇਆ, ਕਿੰਨੀ ਹੈਰਾਨੀ ਦੀ ਗੱਲ ਹੈ। ਛੋੜ ਜਾਏ ਸੇ ਕਰਹਿ ਪਰਾਲ, ਕਾਮ ਨਾ ਆਵੇ ਸੇ ਜੰਜਾਲ, ਜੋ ਬਹਿ ਰਾਈ ਸੇ ਮੀਤ, ਸੰਗ ਸਾਈ ਸੋ ਆਵੇ ਨਾ ਚੀਤ। ਜਿਹੜੀਆਂ ਚੀਜ਼ਾਂ ਤੇ ਮਨੁੱਖ ਨੇ ਛੱਡ ਜਾਣੀਆਂ ਨੇ, ਜਿਵੇਂ ਜ਼ਿਮੀਂਦਾਰ ਨੇ, ਅੱਜ ਕੱਲ੍ਹ ਆਪਾਂ ਦੇਖਦੇ ਹਾਂ ਧਾਨ ਜਿਹਨੂੰ ਝੋਨਾ ਕਹਿੰਦੇ ਨੇ ਜਾਂ ਚੌਲਾਂ ਦੀ ਖੇਤੀ ਹੈ, ਪੱਕੀ ਹੈ। ਹੁਣ ਜ਼ਿਮੀਂਦਾਰ ਜਿਹੜੇ ਨੇ ਉਹ ਅੱਜ ਕੱਲ੍ਹ ਤੇ ਕੰਬਾਈਨਾਂ ਆ ਗਈਆਂ, ਬੜੀਆਂ ਬੜੀਆਂ ਚੰਗੀਆਂ ਮਸ਼ੀਨਾਂ ਆ ਗਈਆਂ। ਅਜੇ ਵੀ ਕੁਝ ਇਲਾਕਿਆਂ 'ਚ ਕਈ ਥਾਂ ਤੇ ਕਈ ਲੋਕ ਹੱਥਾਂ ਦੇ ਨਾਲ ਹੀ ਇਹਨੂੰ ਝਾੜਦੇ ਨੇ। ਉਹ ਫਸਲ ਨੂੰ ਵੱਢ ਲਿਆ, ਇੱਕ ਥਾਂ ਤੇ ਅੱਡਾ ਜਿਹਾ ਬਣਾ ਕੇ ਜ਼ੋਰ ਜ਼ੋਰ ਦੀ ਉਹਨੂੰ ਫੰਡਣਾ ਮਾਰਨਾ, ਉਹਦੇ ਤੇ ਦਾਣੇ ਵੱਖਰੇ ਹੋ ਜਾਂਦੇ ਨੇ, ਉਹ ਪਰਾਲੀ ਵੱਖਰੀ ਹੋ ਜਾਂਦੀ ਹੈ। ਹੁਣ ਜ਼ਿਮੀਂਦਾਰ ਪਹਿਲਾਂ ਦਾਣੇ ਚੁੱਕਦਾ, ਪਰਾਲੀ ਦੀ ਉਹਨੂੰ ਬਾਅਦ ਦੀ ਗੱਲ ਹੁੰਦੀ ਹੈ। ਤੇ ਜਿਹੜਾ ਬੰਦਾ ਪਰਾਲੀ ਨੂੰ ਹੀ ਸਾਂਭਣ ਵਾਲੇ ਬੰਨੇ ਲੱਗ ਜਾਏ, ਦਾਣਿਆਂ ਦਾ ਖਿਆਲ ਨਾ ਰੱਖੇ, ਉਧਰੋਂ ਆ ਜੇ ਮੀਂਹ, ਦਾਣੇ ਪਾਣੀ ਪੈਲੀ ਦੇ ਵਿੱਚ ਹੀ ਐਨ ਤਰਦੇ ਫਿਰ, ਉਹ ਸਿਆਣਾ ਹੈ ਕੋਈ ਜ਼ਿਮੀਂਦਾਰ। ਸਤਿਗੁਰੂ ਜੀ ਕਹਿੰਦੇ ਛੋੜ ਜਾਏ ਸੇ ਕਰਹਿ ਪਰਾਲ, ਕਾਮ ਨਾ ਆਵੇਂ ਸੇ ਜੰਜਾਲ। ਉਹ ਬੰਦਿਆ ਜਿਹੜੀਆਂ ਚੀਜ਼ਾਂ ਨੂੰ ਤੂੰ ਛੱਡ ਜਾਣਾ, ਉਹ ਪਰਾਲੀ ਨੂੰ ਇਕੱਠੀਆਂ ਹੀ ਕਰੀ ਜਾਂਦਾ ਤੂੰ। ਅੱਜ ਤੱਕ ਕੋਈ ਦੁਨੀਆ ਦੀ ਚੀਜ਼ ਮਨੁੱਖ ਨਾ ਨਾਲ ਲੈ ਕੇ ਗਿਆ, ਨਾ ਕਿਸੇ ਨੇ ਨਾਲ ਲੈ ਕੇ ਜਾਣੀ ਹੈ। ਇਸ ਕਰਕੇ ਇਹਨੂੰ ਐਵੇਂ ਇਕੱਠੇ ਕਰਨ ਦਾ ਅਰਥ ਪਰਾਲੀ ਨੂੰ ਜਫਾ ਮਾਰਨ ਵਾਲੀ ਗੱਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਜਿੰਨੀਆਂ ਚੀਜ਼ਾਂ ਤੇਰੀਆਂ ਮਿੱਤਰ ਹੀ ਨਹੀਂ ਹੈ,
संग सहाई सो आवे न चीत, जो बैराई से ही मीत। जो संग सहाई है परमात्मा, हुण भी है, हमेशा रहेगा, वो बंदे नूं चेते नहीं आउंदा। जिस परमात्मा ने जिंदगी दिती, जिस परमात्मा ने साडे लई इह धरती बनाई, खाण पीण पहनण दे किन्ने पदार्थ बना ते किन्नियां सुख सहूलतां दित्तियां, ਉਹ ਤੇ ਮਨੁੱਖ ਨੂੰ ਯਾਦ ਹੀ ਨਹੀਂ ਹੈ। ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਸਹੀ ਮੀਤ। ਜੋ ਇਹਦੇ ਵੈਰੀ ਨੇ ਉਹਨਾਂ ਦੇ ਨਾਲ ਇਹਨੇ ਮਿੱਤਰਤਾ ਪਾਈ ਹੈ। ਇਹ ਇੱਕ ਮਨੁੱਖ ਦਾ ਉਲਟਾ ਸੁਭਾਅ ਹੈ। ਉਵੇਂ ਵੀ ਤੁਸੀਂ ਦੇਖ ਲਓ ਨਾ, ਮਾਂ ਪਿਓ ਇਹਨੂੰ ਪਾਲਦੇ ਨੇ, ਭੈਣ ਭਰਾ ਇਹਦੇ ਆਪਣੇ ਹਿਤੂ ਹੁੰਦੇ ਨੇ, ਉਹਨਾਂ 'ਚ ਉਹਨਾਂ ਕਈ ਵਾਰੀ ਬੰਦੇ ਕਈ ਖੁੱਭਦੇ ਹੀ ਨੇ, ਉਹ ਬਾਰ-ਬਾਰ ਹੀ ਉਹਨਾਂ ਦੀ ਬਹੁਤੀ ਬੋਲ ਚਾਲ ਹੁੰਦੀ ਹੈ, ਘਰ 'ਚ ਆ ਕੇ ਲੜਨਾ ਹੀ ਸ਼ੁਰੂ ਕਰ ਦਿੰਦੇ ਨੇ। ਜਿਨ੍ਹਾਂ ਨੇ ਪਾਲਿਆ ਉਹਨਾਂ ਨਾਲ ਇੰਨਾ ਪਿਆਰ ਨਹੀਂ, ਤੇ ਦੂਜਿਆਂ ਨੂੰ ਐਵੇਂ ਹੀ ਕਿਸੇ ਨੂੰ ਬਾਪੂ ਬਣਾਈ ਫਿਰਨਗੇ, ਕਿਸੇ ਨੂੰ ਮਾਂ ਬਣਾਈ ਫਿਰਨਗੇ, ਘਰ ਵਾਲੀ ਮਾਂ ਨੂੰ ਪੁੱਛਣਗੇ ਨਹੀਂ। ਔਰ ਔਖੇ ਵੇਲੇ ਜੇ ਕੰਮ ਆਉਣਾ ਤੇ ਉਹ ਕੇਵਲ ਤਾਂ ਕੇਵਲ ਆਪਣੇ ਹੀ ਆਉਂਦੇ ਨੇ। ਜਦੋਂ ਵੀ ਕੋਈ ਔਖਾ ਵੇਲਾ ਹੁੰਦਾ ਹੈ, ਮਾਂ ਪਿਓ ਹੀ ਸਾਥ ਦਿੰਦੇ ਨੇ, ਭੈਣ ਭਰਾ ਹੀ ਆਖਰ ਨਿਭਦੇ ਨੇ। ਉਵੇਂ ਗੱਲੀ ਬਾਤੀ ਸੁਖਵੇਂ ਆਨ, ਬਹੁਤ ਮਿਲ ਬੈਠਤ ਰਹਿਤ ਚਾਹੋਂ ਦਿਸ ਘੇਰੇ। ਮਨੁੱਖ ਦੇ ਕੋਲ ਰੁਤਬਾ ਹੈ, ਮਨੁੱਖ ਦੇ ਕੋਲ ਦੌਲਤ ਹੈ, ਉਦੋਂ ਬੜੇ ਮਿੱਤਰ ਬਣ ਜਾਣਗੇ, ਖਾਹ ਮਖਾਈ ਆ ਕੇ ਖੁਸ਼ਾਮਦ ਕਰੀ ਜਾਣਗੇ। ਬਿਪਤਾ ਵੇਲੇ ਆਪਣੇ ਕੰਮ ਆਉਂਦੇ ਨੇ, ਹੋਰ ਕੋਈ ਕੰਮ ਨਹੀਂ ਆਉਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਹੜੇ ਤੇਰੇ ਮਿੱਤਰ ਜੋ ਬਹਿਰਾਈ ਸਹੀ ਮੀਤ, ਵੈਰੀਆਂ ਨੂੰ ਮਿੱਤਰ ਬਣਾ ਲਿਆ ਤੂੰ, ਲੇਕਿਨ ਜਿਹੜਾ ਸੰਗੀ ਸਾਥੀ ਪ੍ਰਮਾਤਮਾ ਸੀ ਉਹ ਤੈਨੂੰ ਚੇਤੇ ਹੀ ਨਹੀਂ ਆਇਆ, ਉਧਰ ਤੇਰਾ ਧਿਆਨ ਨਹੀਂ ਗਿਆ। ਕਿੱਦਾਂ ਦਾ ਇਹ ਮਨੁੱਖ ਦਾ ਸੁਭਾਅ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਕਾਂ ਕੋ ਤਨ ਧਨ ਸੰਪਤ ਕਾਂ ਕੀ, ਕਾਂ ਸਿਓ ਨੇ ਹੋ ਲਗਾਈ। ਜੋ ਦੀਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਹੀ। ਬੰਦੇ ਆ ਜਿਵੇਂ ਬਾਦਲ ਦੀ ਛਾਂ ਹੁੰਦੀ ਹੈ ਨਾ, ਇਵੇਂ ਜੋ ਕੁਝ ਦਿਸ ਰਿਹਾ ਹੈ, ਉਹ ਭਾਵੇਂ ਰਿਸ਼ਤੇਦਾਰੀਆਂ ਨੇ, ਉਹ ਭਾਵੇਂ ਪਦਾਰਥ ਨੇ, ਉਹ ਭਾਵੇਂ ਰੁਤਬੇ ਨੇ, ਉਹ ਜੋ ਕੁਝ ਵੀ ਸਾਨੂੰ ਇਹਨਾਂ ਅੱਖਾਂ ਨਾਲ ਦਿਸ ਰਿਹਾ ਹੈ, ਸਭ ਕੁਝ ਬਿਨਸ ਜਾਣਾ ਹੈ। ਇਹ ਸਭ ਕੁਝ ਨਾਸਵੰਤ ਹੈ, ਕੁਝ ਵੀ ਥਿਰ ਨਹੀਂ ਹੈ। ਸਤਿਗੁਰੂ ਜੀ ਨੇ ਕਿਹਾ, ਤੂੰ ਸੁੱਖ ਚਾਹੁੰਦਾ ਹੈ, ਸੁੱਖਾਂ ਦੀ ਖਾਤਰ ਹੀ ਇੱਧਰ ਜੁੜਿਆ ਹੋਇਆ। ਜੇ ਸੁੱਖ ਚਾਹੁੰਦਾ ਤੇ ਸੁੱਖ ਇੱਕੋ ਗੱਲ 'ਚ ਕੀਤਾ, ਜ ਅਭਿਮਾਨ। ਸਰਣ ਗਹੁ ਸੰਤਨ ਮੁਕਤ ਹੋਏ ਛਿਨ ਮਾਹੀ। ਦੁੱਖ ਹੈ ਕਿ ਮਨੁੱਖ ਬੰਧਨਾਂ 'ਚ ਬੱਝਿਆ ਬੈਠਾ ਹੈ। ਗੁਰੂ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਹੈ ਆਸਾ ਰਾਗ ਵਿੱਚ। ਸਤਿਗੁਰੂ ਜੀ ਨੇ ਮਨੁੱਖ ਦੀ ਗੱਲ ਕਰਦਿਆਂ ਕਿੰਨੀਆਂ ਦਾਤਾਂ ਵਾਹਿਗੁਰੂ ਜੀ ਨੇ ਦਿੱਤੀਆਂ ਇਸ ਬੰਦੇ ਨੂੰ। ਜਿੱਥੇ ਕਹਿੰਦੇ, ਪ੍ਰਥਮੇ ਤੇਰੀ ਨੀਕੀ ਜਾਤ, ਦੁਤੀਆ ਤੇਰੀ। ਸਤਿਗੁਰੂ ਜੀ ਕਹਿੰਦੇ ਨੇ, ਸਭ ਤੋਂ ਪਹਿਲਾਂ ਤੈਨੂੰ ਪਰਮਾਤਮਾ ਨੇ ਸੋਹਣੀ ਮਨੁੱਖਾ ਦੇਹੀ ਦਿੱਤੀ ਹੈ। ਅਗਲੀ ਗੱਲ ਇਹ ਹੈ, ਖਾਣ ਪੀਣ ਦੇ ਪਦਾਰਥ ਦਿੱਤੇ ਨੇ, ਅਨੇਕ ਤਰ੍ਹਾਂ ਦੇ ਸੁੱਖ ਦਿੱਤੇ ਨੇ। ਸਤਿਗੁਰੂ ਸਾਹਿਬ ਜੀ ਨੇ ਕਿਹਾ, ਤੈਨੂੰ ਇੰਨੀਆਂ ਸੁੱਖ ਸਹੂਲਤਾਂ ਖਾਣ ਪੀਣ ਦੇ ਲਈ, ਰਹਿਣ ਦੇ ਲਈ, ਸੁੰਦਰਤਾ ਦਿੱਤੀ ਹੈ, ਸੋਹਣੇ ਕੱਪੜੇ ਦਿੱਤੇ ਨੇ। ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਵਾਹਿਗੁਰੂ ਦੀਆਂ ਬਖਸ਼ਾਂ ਦੀ ਗੱਲ ਕਰਕੇ ਫਿਰ ਮਨੁੱਖ ਦੇ ਅੰਦਰ ਜੋ ਔਗਣ ਪੈਦਾ ਹੋ ਗਏ, ਵਿਗੜ ਰੂਪ ਮਨ ਮੈਂ ਬਿਕਰਾਲ, ਸੀਲ ਵਿਸਾਰਿਓ ਇਸਕਾ ਕਾਜ। ਇਹਦੇ ਅੰਦਰ ਜਿਹੜਾ ਹੰਕਾਰ ਆ ਗਿਆ, ਇਹਦੇ ਅੰਦਰ ਜਿਹੜਾ ਲੋਭ ਆ ਗਿਆ, ਇਹਦੇ ਅੰਦਰ ਜਿਹੜੀ ਤ੍ਰਿਸ਼ਨਾ ਆ ਗਈ, ਇਹਦੇ ਅੰਦਰ ਜਿਹੜਾ ਕਾਮ ਆ ਗਿਆ, ਕਹਿੰਦੇ ਇਹ ਇਹਨਾਂ ਬੰਧਨਾਂ 'ਚ ਬੰਦਾ ਵੱਜ ਗਿਆ। ਇਹ ਸੀ ਤਾਂ ਧਰਤੀ ਦਾ ਮਾਲਕ। ਸਤਿਗੁਰੂ ਜੀ ਕਹਿੰਦੇ ਨੇ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਇਸੀ ਮੁਖਵਾਕ ਦਾ ਇਹ ਹਿੱਸਾ ਹੈ, ਜਿੱਥੇ ਕਹਿੰਦੇ, ਪ੍ਰਥਮੇ ਤੇਰੀ ਨਿੱਕੀ ਜਾਤ, ਦੁਤੀਆ ਤੇਰੀ ਮਨੀਏ ਪਾਤ, ਤ੍ਰਿਤੀਆ ਤੇਰਾ ਸੁੰਦਰ ਥਾਨ, ਬਿਗੜ ਰੂਪ ਮਨ ਮੈਂ ਅਭਿਮਾਨ। ਉਹ ਤੇਰੇ ਅੰਦਰ ਜਿਹੜਾ ਹੰਕਾਰ ਹੈ ਨਾ, ਉਹਨੇ ਤੇਰਾ ਕੰਮ ਵਿਗਾੜ ਦਿੱਤਾ ਹੈ। ਤੈਨੂੰ ਕਿੰਨੀ ਉਤਮ ਦੇਹੀ ਦਿੱਤੀ ਹੈ, ਤੇਰੀ ਕਿੰਨੀ ਇੱਜ਼ਤ ਬਣਾਈ ਪਰਮਾਤਮਾ ਨੇ ਇਸ ਧਰਤੀ ਦੇ ਉੱਪਰ। ਸਭ ਕੁਝ ਹੁੰਦਿਆਂ ਹੋਏ ਤੇਰੇ ਅੰਦਰ ਜਿਹੜਾ ਹੰਕਾਰ ਆ ਗਿਆ ਨਾ, ਉਹਦੇ ਕਰਕੇ ਤੇਰੀ ਜ਼ਿੰਦਗੀ 'ਚ ਵਿਗਾੜ ਆ ਗਿਆ। ਫਿਰ ਸਤਿਗੁਰੂ ਜੀ ਨੇ ਕਿਹਾ, ਧਰਤੀ ਤੇ ਤੇਰੀ ਸਿਕਦਾਰੀ ਹੈ, ਬਾਕੀ ਜੁਨਾਂ ਤੇਰੀਆਂ ਪਾਣੀ ਭਰਨ ਹਾਰ ਨੇ, ਸੇਵਾਦਾਰ ਨੇ। ਪਰ ਸਤਿਗੁਰੂ ਜੀ ਕਹਿੰਦੇ, ਬੰਦਾ ਬੰਧਨਾਂ 'ਚ ਹੀ ਵੱਜ ਗਿਆ, ਇੰਨਾ ਮਜਬੂਰ ਹੋ ਗਿਆ ਕਿ ਬੰਧਨਾਂ ਵਿੱਚ ਵੱਜ ਕੇ ਇਹ ਰਾਜਾ ਹੁੰਦਿਆਂ ਹੋਇਆਂ, ਸਭ ਕੁਝ ਹੁੰਦਿਆਂ ਹੋਇਆਂ, ਇਹ ਕਹਿੰਦਾ ਹੈ ਹੀ ਕੁਝ ਨਹੀਂ, ਦੁਖੀ ਹੋ ਗਿਆ।
ਤੇ ਸਤਿਗੁਰੂ ਜੀ ਨੇ ਇਹਦੇ ਸੁੱਖਾਂ ਦਾ ਸਾਧਨ ਦੱਸਿਆ। ਜਾਕੋ ਦ੍ਰਿਸ਼ਟ ਮਿਆ ਹਰ ਰਾਏ, ਸਭ ਬੰਦੀ ਤੇ ਲਈ ਛਡਾਏ। ਸਤਿਗੁਰੂ ਜੀ ਕਹਿੰਦੇ ਜਿਸ ਮਨੁੱਖ ਦੇ ਉੱਪਰ ਪ੍ਰਮਾਤਮਾ ਮਿਹਰ ਕਰਦਾ ਉਹਨੂੰ ਇਸ ਕੈਦ ਤੋਂ, ਬੰਧਨਾਂ ਤੋਂ ਮੁਕਤ ਕਰ ਲੈਂਦਾ। ਬੰਧਨਾਂ ਤੋਂ, ਬੰਧਨਾਂ ਕਰਕੇ ਬੰਦਾ ਦੁਖੀ ਹੈ, ਹੋਰ ਕੋਈ ਦੁੱਖ ਨਹੀਂ ਹੈ ਜ਼ਿੰਦਗੀ। ਕਿਸੇ ਚੀਜ਼ ਦੀ ਘਾਟ ਨਹੀਂ ਹੈ ਧਰਤੀ ਤੇ, ਸਿਰਫ ਬੰਧਨ ਨੇ ਸਾਡੇ ਅੰਦਰ, ਮੋਹ ਦਾ, ਮਾਇਆ ਦਾ, ਲੋਭ ਦਾ, ਵਿਕਾਰਾਂ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦਿਆ ਜੇ ਤੂੰ ਚਾਹੁੰਦਾ ਹੈ ਜ਼ਿੰਦਗੀ ਅੰਦਰ ਸੁੱਖ ਤੇ ਫਿਰ ਤਰੀਕਾ ਤਜ ਅਭਿਮਾਨ ਸਰਣ ਗਉ ਸੰਤਨ। ਉਹ ਸਤਿਪੁਰਖਾਂ ਦੀ ਸੰਗਤ ਵਿੱਚ ਆ ਜਾ, ਸਤ ਸੰਗਤ ਵਿੱਚ ਆ ਜਾ। ਸਤ ਸੰਗਤ ਵਿੱਚ ਆ ਕੇ ਹੰਕਾਰ ਛੱਡ ਦੇ। ਸਤ ਸੰਗਤ ਹੈ ਹੀ ਨਿਰਮਾਣ ਹੋਣ ਦੇ ਲਈ ਹੈ। ਸਤ ਸੰਗਤ ਵਿੱਚ ਆ ਕੇ ਅਹੰਕਾਰ ਛੱਡ ਦੇ। ਜਦੋਂ ਤੂੰ ਸਤ ਸੰਗਤ ਵਿੱਚ ਆ ਕੇ ਅਹੰਕਾਰ ਛੱਡ ਕੇ ਸਤਿਗੁਰਾਂ ਦੀ, ਸਤਿਪੁਰਖਾਂ ਦੀ ਸ਼ਰਨ ਪਕੜ ਲਏਗਾ। ਸਤਿਗੁਰੂ ਜੀ ਕਹਿੰਦੇ ਸ਼ਰਨ ਗਹੋ ਸੰਤਨ ਕੀ, ਗਉ ਦਾ ਅਰਥ ਪਕੜ ਲੈ, ਆਸਰਾ ਲੈ ਲੈ ਸੰਗਤ ਦਾ। ਭਾਵ ਜੋ ਸੰਗਤ ਚੋਂ ਉਪਦੇਸ਼ ਗੁਰੂ ਕੋਲ ਮਿਲਿਆ ਉਹਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲੈ। ਮੁਕਤ ਹੋਹੇ ਛਿਨ ਮਾਹੀ, ਉਹ ਭਲਿਆ ਤੂੰ ਤੇ ਇੱਕ ਛਿਨ ਵਿੱਚ ਹੀ ਆਜ਼ਾਦ ਹੋ ਜਾਏਗਾ, ਸੁਤੰਤਰ ਹੋ ਜਾਏਗਾ। ਇਹਨਾਂ ਬੰਧਨਾਂ ਤੋਂ ਛੁਟਕਾਰਾ ਪਾਉਣ ਦਾ ਕੋਈ ਤਰੀਕਾ ਨਹੀਂ ਹੈ ਧਰਤੀ ਤੇ ਕਿ ਮੈਂ ਬੜੇ ਪਾਠ ਕਰਾਂਗਾ ਤੇ ਬੰਧਨ ਕੱਟੇ ਜਾਣਗੇ, ਮੈਂ ਬੜਾ ਤੀਰਥਾਂ ਤੇ ਜਾਵਾਂਗਾ ਤੇ ਬੰਧਨ ਕੱਟੇ ਜਾਣਗੇ, ਜਾਂ ਕੋਈ ਹੋਰ ਮੈਂ ਅਨੇਕ ਤਰ੍ਹਾਂ ਦੇ ਸੰਜਮ ਸਾਧਨ ਕਰਾਂਗਾ ਬੰਧਨ ਕੱਟੇ ਜਾਣਗੇ। ਸਤਿਗੁਰੂ ਜੀ ਕਹਿੰਦੇ ਆਪਣੀ ਮੱਤ ਦੇ ਰਾਹੀਂ ਜੋ ਕੁਝ ਕਰੇਗਾ ਬੰਧਨ ਹੋਰ ਮਜ਼ਬੂਤ ਹੁੰਦੇ ਜਾਣੇ। ਸਭ ਗੁਰੂ ਅਰਜਨ ਸਾਹਿਬ ਜੀ ਦਾ ਇਹ ਪਾਵਨ ਬਚਨ ਅਕਸਰ ਅਸੀਂ ਸੁਣਦੇ ਹਾਂ ਕਿ ਪਾਠ ਪੜ੍ਹਿਓ ਅਰ ਭੇਦ ਵਿਚਾਰਿਓ, ਨਿਵਲ ਭਿਅੰਗਮ ਬਸ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ। ਹੋਰ ਸਗੋਂ ਜ਼ਿਆਦਾ ਅਹੰਕਾਰ ਵਿੱਚ ਬੰਦਾ ਵੱਜ ਗਿਆ। ਜੋ ਜੋ ਕਰਮ ਕੀਓ ਲਾਲਚ ਲਗਤੇ ਤੇ ਆਪ ਬੰਧਾਇਓ। ਕੋਈ ਵੀ ਕਰਮ ਜਿਹੜਾ ਹੈ ਲਾਲਚ ਵਿੱਚ ਆ ਕੇ ਜਦੋਂ ਬੰਦਾ ਕਰਦਾ ਹੈ, ਉਹ ਕਰਮ ਭਾਵੇਂ ਧਾਰਮਿਕ ਵੀ ਕਿਉਂ ਨਾ ਹੋਵੇ, ਜਦੋਂ ਅਸੀਂ ਲਾਲਚ ਵਿੱਚ ਕਰਾਂਗੇ ਫਲਾਣੇ ਥਾਂ ਤੇ ਜਾਵਾਂਗੇ ਆ ਕਾਮਨਾ ਪੂਰੀ ਹੋਏਗੀ, ਹੋ ਸਕਦਾ ਹੋ ਜਾਏ, ਲੇਕਿਨ ਸਾਡੇ ਅੰਦਰ ਹੋਰ ਕਾਮਨਾ ਪੈਦਾ ਹੋ ਗਈ, ਹੋਰ ਪੈਦਾ ਹੋ ਗਈ, ਅਸੀਂ ਤੇ ਵੱਜ ਗਏ ਸਗੋਂ ਬੰਧਨਾਂ ਦੇ ਅੰਦਰ। ਸਤਿਗੁਰੂ ਜੀ ਕਹਿੰਦੇ ਜਿਹੜਾ ਵੀ ਕਰਮ ਲਾਲਚ ਵਿੱਚ ਕਰਾਂਗੇ ਉਹਨਾਂ ਅਸੀਂ ਆਪਣੇ ਆਪ ਨੂੰ ਬੰਧਨਾਂ ਦੇ ਵਿੱਚ ਜਕੜੀ ਜਾਵਾਂਗੇ, ਬੰਧਨਾਂ ਦੇ ਵਿੱਚ ਫਸਾਈ ਜਾਵਾਂਗੇ। ਤੇ ਸਤਿਗੁਰੂ ਜੀ ਕਹਿੰਦੇ ਬੰਦਿਆ ਜੇ ਤੂੰ ਸੁਖੀ ਹੋਣਾ ਹੈ ਉਹਦਾ ਇੱਕੋ ਇੱਕ ਤਰੀਕਾ ਹੈ, ਤੂੰ ਬੰਧਨਾਂ ਤੋਂ ਮੁਕਤ ਹੋ। ਬੰਧਨਾਂ ਤੋਂ ਮੁਕਤ ਹੋਣ ਦਾ ਇੱਕੋ ਇੱਕ ਥਾਂ ਹੈ ਸਤਿਗੁਰੂ ਜੀ ਦੀ ਸ਼ਰਨ। ਸਤਿਗੁਰੂ ਦਾ ਇੱਕ ਬਿਰਦ ਹੈ, ਉਹ ਕੀ ਹੈ ਕਿ ਸਤਿਗੁਰੂ ਸਿੱਖ ਕੀ ਕਰੇ ਪ੍ਰਤਪਾਲ, ਸੇਵਕੋ ਗੁਰ ਸਦਾ ਦਿਆਲ। ਸਤਿਗੁਰੂ ਸਦਾ ਆਪਣੇ ਸਿੱਖ ਤੇ ਦਇਆ ਦ੍ਰਿਸ਼ਟੀ ਕਰਦਾ ਤੇ ਸਤਿਗੁਰੂ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਾਟੇ। ਸਤਿਗੁਰੂ ਆਪਣੇ ਸੇਵਕਾਂ ਦੇ ਬੰਧਨ ਕੱਟਦਾ ਹੈ। ਗੁਰੂ ਬੰਧਨ ਕੱਟਣ ਦੇ ਸਮਰੱਥ ਹੈ। ਬੰਧਨ ਉਹ ਕੱਟੇਗਾ ਜਿਹੜਾ ਬੰਧਨਾਂ ਤੋਂ ਮੁਕਤ ਹੋਏਗਾ। ਜਿਹੜਾ ਪਹਿਲਾਂ ਹੀ ਬੰਧਨਾਂ 'ਚ ਵੱਜਿਆ ਪਿਆ ਉਹਨੇ ਮੁਕਤੀ ਕੀ ਦੇਣੀ, ਕਿਸੇ ਨੂੰ ਬੰਧਨਾਂ ਕੀ ਰਹਿਤ ਕਰਨੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਬੰਦਿਆ ਇਹ ਜਿਸ ਬੰਨੇ ਜੁੜ ਕੇ ਤੂੰ ਸੁੱਖ ਚਾਹ ਰਿਹਾ ਹੈ, ਇਹ ਸਭ ਕੁਝ ਬਦਲ ਦੀ ਛਾਂ ਵਾਂਗੂ ਹੈ, ਇਹ ਸਭ ਕੁਝ ਵਿਰਸ ਜਾਣ ਵਾਲਾ ਹੈ, ਇਹ ਸਭ ਕੁਝ ਜ਼ਹਿਰ ਦੀ ਨਿਆਈ ਹੈ। ਜ਼ਹਿਰ ਸਰੀਰਕ ਤੌਰ ਤੇ ਬੰਦਾ ਖਾ ਲਏ ਸਰੀਰ ਲਈ ਘਾਤਕ ਹੈ, ਸਰੀਰ ਲਈ ਬੜੀ ਨੁਕਸਾਨਦਾਇਕ ਆ, ਖਤਮ ਹੋ ਜਾਂਦੇ ਨੇ ਸਰੀਰ ਜ਼ਹਿਰ ਦੇ ਨਾਲ। ਪਰ ਇਹ ਜਿਹੜਾ ਦੁਨੀਆ ਦਾ ਮੋਹ ਹੈ, ਲੋਭ ਹੈ, ਸਤਿਗੁਰੂ ਜੀ ਕਹਿੰਦੇ ਇਹ ਵੀ ਜ਼ਹਿਰ ਹੀ ਹੈ। ਤੂੰ ਜ਼ਹਿਰ ਨਾਲ ਜੁੜੇ, ਜਿਉਂ-ਜਿਉਂ ਅੰਦਰ ਲੋਭ ਆਏਗਾ ਤਿਉਂ-ਤਿਉਂ ਸਾਡੇ ਅੰਦਰਲਾ ਮਨੁੱਖ ਕਮਜ਼ੋਰ ਹੁੰਦਾ ਜਾਏਗਾ। ਜਿਉਂ-ਜਿਉਂ ਸਾਡੇ ਅੰਦਰ ਵਿਕਾਰ ਹੋਣਗੇ ਅੰਦਰੋਂ ਅਸੀਂ ਕਮਜ਼ੋਰ ਹੁੰਦੇ ਹੁੰਦੇ ਰੋਗੀ ਹੋ ਜਾਵਾਂਗੇ, ਅੰਦਰੋਂ ਅਸੀਂ ਮਰ ਜਾਵਾਂਗੇ। ਆਖਰ ਇੱਕ ਪੱਧਰ ਬਣਦਾ ਬੰਦੇ ਦੀ ਸੁਰਤਾ, ਜਿੱਥੇ ਜਾ ਕੇ ਕਹਿੰਦੇ ਬੰਦਾ ਹੈ ਤੇ ਮਰਿਆ ਹੋਇਆ, ਇਹਦੇ ਤੇ ਬੰਦਿਆਂ ਵਾਲੀ ਗੱਲ ਹੀ ਕੋਈ ਨਹੀਂ, ਇਹ ਤੇ ਮਰਿਆ ਹੋਇਆ। ਉਹ ਜਿਹੜੀਆਂ ਬੰਦਿਆਂ ਵਾਲੀਆਂ ਗੱਲਾਂ ਜਿਹਨੂੰ ਆਪਾਂ ਮਨੁੱਖਤਾ ਕਹਿ ਸਕਦੇ, ਇਨਸਾਨੀਅਤ ਕਹਿ ਸਕਦੇ, ਇਨਸਾਨੀ ਗੁਣ ਜਿਹਨੂੰ ਕਹਿੰਦੇ ਆ, ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ। ਜਿਉਂ-ਜਿਉਂ ਮਾਇਆ ਦਾ ਲਾਲਚ ਆਏਗਾ ਲੋਭ ਆਏਗਾ। ਲੋਭ ਨੂੰ ਪੂਰੀਆਂ ਕਰਨ ਲਈ ਅਸੀਂ ਝੂਠ ਬੋਲਾਂਗੇ, ਲੋਭ ਨੂੰ ਪੂਰੀਆਂ ਕਰਨ ਦੇ ਲਈ ਅਸੀਂ ਬੇਈਮਾਨੀ ਕਰਾਂਗੇ। ਜਿਉਂ-ਜਿਉਂ ਬੇਈਮਾਨੀ ਆਈ, ਜਿਉਂ-ਜਿਉਂ ਝੂਠ ਬੋਲਿਆ, ਸਾਡੇ ਅੰਦਰਲੋਂ ਮਨੁੱਖਤਾ ਮਰਦੀ ਚਲੀ ਗਈ, ਇਨਸਾਨੀਅਤ ਕਮਜ਼ੋਰ ਹੁੰਦੀ ਹੁੰਦੀ ਖਤਮ ਹੋ ਜਾਂਦੀ ਹੈ।
ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੇਕਰ ਤੂੰ ਜ਼ਿੰਦਗੀ ਦੇ ਅੰਦਰ ਉੱਚਾ ਉੱਠਣਾ ਚਾਹੁੰਦਾ, ਸਦਾ ਜਿਉਂਦੇ ਰਹਿਣਾ ਚਾਹੁੰਦਾ, ਫਿਰ ਤਜ ਅਭਿਮਾਨ ਸਰਣ ਸੰਤਨ ਗਹੋ, ਉਹ ਸਤਿਪੁਰਖਾਂ ਦੀ ਸੰਗਤ ਵਿੱਚ ਆ ਜਾ। ਆ ਗੁਰੂ ਦੀ ਹਜ਼ੂਰੀ ਚ ਆ ਕੇ ਗੁਰੂ ਦੀ ਸ਼ਰਨ ਨੂੰ ਪਕੜ ਲੈ, ਹੰਕਾਰ ਛੱਡ ਦੇ। ਗੁਰੂ ਕੋਲ ਆ ਕੇ ਅਹੰਕਾਰ ਕਰੇਗਾ, ਕੁਝ ਪੱਲੇ ਨਹੀਂ ਪੈਣਾ। ਸਤਿਗੁਰੂ ਜੀ ਨੇ ਇੱਕ ਬਚਨ ਕਿਹਾ ਗੁਰਬਾਣੀ ਦੇ ਅੰਦਰ, ਫਰੀਦਾ ਗਰਭ ਜਿਨਾ ਵਡਿਆਈਆਂ ਧਨ ਜੋਬਨ ਅਗਾਹ, ਖਾਲੀ ਚੱਲੇ ਧਣੀ ਸਿਓ ਟਿੱਬੇ ਜਿਉ ਮੇ ਆਹ। ਬਾਬਾ ਫਰੀਦ ਸਾਹਿਬ ਜੀ ਦਾ ਇਹ ਪਵਿੱਤਰ ਬਚਨ ਹੈ। ਜਿਨ੍ਹਾਂ ਲੋਕਾਂ ਨੂੰ ਵਡਿਆਈਆਂ ਦਾ ਹੰਕਾਰ ਹੈ, ਧਨ ਦਾ ਹੰਕਾਰ ਹੈ, ਜੋਬਨ ਦਾ ਹੰਕਾਰ ਹੈ, ਹੋਰ ਕਿਸੇ ਵੀ ਚੀਜ਼ ਦਾ ਹੰਕਾਰ ਹੈ, ਸਤਿਗੁਰੂ ਜੀ ਕਹਿੰਦੇ ਖਾਲੀ ਚੱਲੇ ਧਣੀ ਸਿਓ, ਉਹ ਆਪਣੇ ਮਾਲਕ ਦੇ ਦਰ ਤੋਂ ਖਾਲੀ ਚਲੇ ਗਏ। ਜਿਵੇਂ ਮੀਂਹ ਪੈਣ ਤੇ ਟਿੱਬੇ ਖੁਸ਼ਕੀ ਰਹਿ ਜਾਂਦੇ ਨੇ, ਸੁੱਕੇ ਰਹਿ ਜਾਂਦੇ ਨੇ, ਜਿਹੜੇ ਗੁਰੂ ਕੋਲ ਆ ਕੇ ਜਾਂ ਪ੍ਰਮਾਤਮਾ ਦੇ ਪਿਆਰ ਜੁੜ ਕੇ ਵੀ ਹੰਕਾਰ ਕਰਦੇ ਨੇ, ਉਹ ਗੁਰੂ ਦੇ ਦਰ ਤੋਂ ਵੀ ਖਾਲੀ ਚਲੇ ਜਾਂਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅਹੰਕਾਰ ਛੱਡ ਦੇ, ਹੰਕਾਰ ਹੀ ਤੇਰੇ ਦੁੱਖਾਂ ਦਾ ਕਾਰਨ ਹੈ। ਗੁਰੂ ਕੀ ਪਵਿੱਤਰ ਬਾਣੀ ਦਾ ਉਪਦੇਸ਼ ਹਉਮੈ ਜਾਈ ਤਾਂ ਕੰਤ ਸਮਾਈ, ਜਦੋਂ ਹਉਮੈ ਚਲੀ ਗਈ ਉਦੋਂ ਅਸੀਂ ਉਸ ਵੇਲੇ ਰੱਬ 'ਚ ਲੀਨ ਹੋ ਜਾਵਾਂਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਬੰਦਿਆ, ਇਹ ਜਿਸ ਚੀਜ਼ ਨਾਲ ਵੀ ਤੂੰ ਜੁੜਿਆ ਹੈ ਨਾ, ਇਹ ਸਭ ਜ਼ਹਿਰ ਵਾਂਗੂ ਹੈ, ਇਹ ਸਭ ਵਿਨਸ ਜਾਣ ਵਾਲੀਆਂ ਨੇ। ਜ਼ਿੰਦਗੀ ਤੈਨੂੰ ਸੁੱਖ ਚਾਹੀਦਾ ਹੈ, ਉਹਦੇ ਲਈ ਇੱਕੋ ਇੱਕ ਚੀਜ਼ ਕਿ ਤਜ ਅਭਿਮਾਨ ਸਰਣ ਸੰਤਨ ਗਹੋ, ਮੁਕਤ ਹੋਏ ਛਿਨ ਮਾਹੀ। ਭਲਿਆ ਆਪਣੇ ਅੰਦਰੋਂ ਅਹੰਕਾਰ ਛੱਡ ਦੇ, ਸਤਿਪੁਰਖਾਂ ਦੀ ਸ਼ਰਨ ਵਿੱਚ ਆ ਜਾ, ਤੂੰ ਇੱਕ ਛਿਨ ਵਿੱਚ ਦੁੱਖਾਂ ਤੋਂ ਰਹਿਤ ਹੋ ਜਾਏਗਾ, ਮੁਕਤ ਹੋ ਜਾਏਗਾ, ਸੁਤੰਤਰ ਹੋ ਜਾਏਗਾ। ਮੁਕਤੀ ਦਾ ਅਰਥ ਹੈ ਕਿ ਦੁੱਖਾਂ ਤੋਂ ਛੁਟਕਾਰਾ, ਚਿੰਤਾ ਤੋਂ ਛੁਟਕਾਰਾ, ਬੁਰਾਈਆਂ ਤੋਂ ਛੁਟਕਾਰਾ। ਸਤਿਗੁਰੂ ਜੀ ਕਹਿੰਦੇ ਬੰਦਿਆ, ਵਾਹਿਗੁਰੂ ਜੀ ਦੀ ਸ਼ਰਨ ਪਕੜ, ਇੱਕ ਛਿਨ ਵਿੱਚ ਮੁਕਤ ਹੋ ਜਾਏਗਾ। ਦੁਨੀਆ ਮੁਕਤੀ ਪ੍ਰਾਪਤ ਕਰਨ ਲਈ ਕੋ ਠਾਠਾਂ ਤੀਰਥਾਂ ਤੇ ਜਾਂਦੀ ਹੈ, ਸਾਰੀ ਜ਼ਿੰਦਗੀ ਲਗਾ ਦਿੰਦੀ ਹੈ, ਸਗੋਂ ਹੋਰ ਬੰਧਨ ਵੱਧ ਜਾਂਦੇ ਨੇ। ਕੋਈ ਅਨੇਕ ਤਰ੍ਹਾਂ ਦੇ ਦਾਨ ਪੁੰਨ ਕਰਦਾ ਹੈ, ਪਾਠ ਪਠਨ ਕਰਦਾ ਹੈ, ਜਪ ਤਪ ਕਰਦਾ ਹੈ, ਸਰੀਰ ਨੂੰ ਕਸ਼ਟ ਦਿੰਦਾ ਹੈ ਮੁਕਤੀ ਦੀ ਖਾਤਰ। ਇਹ ਗੁਰੂ ਬਾਬਾ ਜੀ ਕਹਿੰਦੇ ਆ ਮੁਕਤੀ ਤਾਂ ਮਿਲਦੀ ਉਦੋਂ ਜਦੋਂ ਸਤ ਸੰਗਤ ਵਿੱਚ ਆ ਕੇ ਗੁਰੂ ਦਾ ਆਸਰਾ ਲੈ ਲਈਏ, ਅੰਦਰੋਂ ਅਹੰਕਾਰ ਛੱਡ ਦਈਏ। ਅਹੰਕਾਰ ਕਰਕੇ ਸਾਰੇ ਸਾਨੂੰ ਬੰਧਨ ਪਏ ਹੋਏ ਨੇ। ਔਰ ਸਤਿਗੁਰੂ ਜੀ ਕਹਿੰਦੇ ਇਹਨੂੰ ਜਦੋਂ ਤੂੰ ਛੱਡ ਦੇਂਗਾ, ਮੁਕਤ ਹੋਏ ਛਿਨ ਮਾਹੀ, ਇੱਕ ਛਿਨ ਵਿੱਚ ਮੁਕਤ ਹੋ ਜਾਏਗਾ। ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੇ ਪੀ ਨਾਹੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਬੰਦਿਆ, ਸੁਖ ਤੂੰ ਸੁਖਾਂ ਦੀ ਖਾਤਰ ਸਭ ਕੁਝ ਕਰਦਾ, ਸੁਖ ਕੇ ਹੇਤ ਬਹੁਤ ਦੁਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜਿਉ ਡੋਲਤ ਨੈ ਸੁਧ ਰਾਮ ਭਜਨ ਕੀ। ਸੁੱਖਾਂ ਦੇ ਲਈ ਬੜੇ ਦੁੱਖ ਉਠਾ ਲੈਂਦਾ ਹੈ ਬੰਦਾ, ਲੇਕਿਨ ਸੁੱਖ ਫਿਰ ਨਹੀਂ ਮਿਲਦਾ। ਪਾਤਸ਼ਾਹ ਕਹਿੰਦੇ ਨੇ ਕਿ ਸੁੱਖਾਂ ਦੀ ਖਾਤਰ ਦੁਆਰੇ ਦੁਆਰ ਸਵਾਨ ਜਿਉ ਡੋਲਤ, ਦਰ ਦਰ ਤੇ ਭਟਕਦਾ ਹੈ ਬੰਦਾ। ਸਵਾਨ ਕਹਿੰਦੇ ਨੇ ਕੁੱਤੇ ਨੂੰ, ਜਿਵੇਂ ਕੁੱਤਾ ਨਹੀਂ ਰੋਟੀ ਦੀ ਖਾਤਰ ਕਦੀ ਇੱਧਰ ਫਿਰਦਾ ਹੈ, ਇਵੇਂ ਮਨੁੱਖ ਸੁੱਖਾਂ ਦੀ ਖਾਤਰ ਇੱਧਰ ਉੱਧਰ ਫਿਰਦਾ ਹੈ, ਪਰ ਸਭ ਕੁਝ ਕਰਦਿਆਂ ਸੁੱਖ ਮਿਲਦਾ ਨਹੀਂ, ਸਗੋਂ ਦੁੱਖ ਮਿਲਦੇ ਨੇ। ਸਤਿਗੁਰੂ ਜੀ ਕਹਿੰਦੇ ਕਿ ਜੇਕਰ ਤੇ ਤੂੰ ਕੇਵਲ ਤਾਂ ਕੇਵਲ ਦੁਨੀਆ ਦੇ ਨਾਲ ਹੀ ਜੁੜਿਆ ਰਹੇਗਾ, ਇੱਕ ਗੱਲ ਚੇਤੇ ਰੱਖੀ, ਫਿਰ ਸੁੱਖ ਸੁਪਨੇ ਪੀ ਨਾਹੀ, ਸੁਪਨੇ ਵਿੱਚ ਵੀ ਤੈਨੂੰ ਸੁੱਖ ਨਹੀਂ ਮਿਲੇਗਾ। ਪਰ ਜੇ ਤੂੰ ਸੁੱਖ ਚਾਹੁੰਦਾ, ਇਹ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ, ਤਜ ਅਭਿਮਾਨ ਸਰਣ ਸੰਤਨ ਕਹੋ, ਤੂੰ ਅਹੰਕਾਰ ਛੱਡ ਕੇ ਸਤਿਪੁਰਖਾਂ ਦੀ ਸ਼ਰਨ ਲੈ। ਦੁੱਖਾਂ ਦਾ ਕਾਰਨ ਅਹੰਕਾਰ ਹੈ। ਹੰਕਾਰ ਕਰਕੇ ਅਸੀਂ ਪਰਮਾਤਮਾ ਤੋਂ ਦੂਰ ਹਾਂ। ਹੰਕਾਰ ਹੈ ਤੇ ਪਰਮਾਤਮਾ ਨਾਲ ਪਿਆਰ ਕਦੀ ਬਣ ਨਹੀਂ ਸਕਦਾ, ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਅਹੰਕਾਰ ਤੇ ਨਿਰੰਕਾਰ ਦਾ ਮੇਲ ਹੀ ਨਹੀਂ, ਇਹ ਦੋਵੇਂ ਚੀਜ਼ਾਂ ਇੱਕ ਥਾਂ ਤੇ ਨਹੀਂ ਰਹਿ ਸਕਦੀਆਂ। ਆਪਾਂ ਕੀ ਅਹੰਕਾਰ ਵੀ ਹੋਏ ਤੇ ਪਿਆਰ ਵੀ ਹੋਏ, ਇਹ ਨਹੀਂ ਹੋ ਸਕਦਾ। ਜਿੱਥੇ ਹੰਕਾਰ ਹੋਏਗਾ ਉੱਥੇ ਪਿਆਰ ਨਹੀਂ ਹੋਵੇਗਾ, ਉੱਥੇ ਨਿਰੰਕਾਰ ਨਾਲ ਸਾਂਝ ਨਹੀਂ ਬਣੇਗੀ। ਗੁਰਬਾਣੀ ਕਹਿੰਦੀ ਕਿ ਸਭ ਤੋਂ ਵੱਡੀ ਦੀਵਾਰ ਵਿੱਚ ਅਹੰਕਾਰ ਹੀ ਹੈ। ਧਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਭੀਤ ਕਹਿੰਦੇ ਕੰਧ ਨੂੰ, ਕਰਾਰੀ ਮੈਨਾਂ ਬੜੀ ਕਰੜੀ, ਮਜ਼ਬੂਤ, ਸਟਰੋਂਗ। ਪਰਮਾਤਮਾ ਤੇ ਜੀਵ ਆਤਮਾ ਕਿਤੇ ਵੱਖਰੇ ਨਹੀਂ ਹੈ, ਇੱਕੋ ਥਾਂ ਤੇ ਨੇ, ਪਰ ਵਿੱਚ ਅਹੰਕਾਰ ਦੀ ਬੜੀ ਮਜ਼ਬੂਤ ਕੰਧ ਹੈ।
ਉਹ ਕੰਧ ਤੋੜਨੀ ਪੈਣੀ। ਉਹ ਸਾਨੂੰ ਨਜ਼ਰ ਨਹੀਂ ਆਉਂਦੀ। ਦਰਅਸਲ ਉਹ ਕੰਧ ਹੈ ਇਹੋ ਜਿਹੀ ਕਿ ਸਾਨੂੰ ਨਜ਼ਰ ਵੀ ਨਹੀਂ ਆਉਂਦੀ। ਜੋ ਕਹਿੰਦਾ ਕੋਈ ਬੰਦਾ ਕਹੇਗਾ ਕਿ ਮੈਂ ਹੰਕਾਰ ਕਰਦਾ, ਉਹ ਤੇ ਕਦੀ ਨਹੀਂ ਕੋਈ ਬੰਦਾ ਮੰਨਣ ਲਈ ਤਿਆਰ ਨਹੀਂ ਕਿ ਮੈਂ ਹੰਕਾਰ ਕਰਦਾ। ਹਾਲਾਂਕਿ ਹਰ ਮਨੁੱਖ ਨੂੰ ਕਿਸੇ ਨਾ ਕਿਸੇ ਚੀਜ਼ ਦਾ ਹੰਕਾਰ ਹੈ। ਕਿਸੇ ਨੂੰ ਦੌਲਤ ਦਾ ਹੈ, ਕਿਸੇ ਨੂੰ ਆਪਣੇ ਰੂਪ ਜਵਾਨੀ ਦਾ ਹੈ, ਕਿਸੇ ਨੂੰ ਕਿਸੇ ਗੁਣ ਦਾ ਹੈ, ਕਿਸੇ ਨੂੰ ਆਪਣੀਆਂ ਸਿਆਣਪਾਂ ਦਾ ਹੰਕਾਰ ਹੈ। ਕਈ ਤਰ੍ਹਾਂ ਦਾ ਹੰਕਾਰ ਹੈ। ਜਿੰਨਾ ਚਿਰ ਕੋਈ ਵੀ ਹੰਕਾਰ ਮਨੁੱਖ ਦੇ ਮਨ ਅੰਦਰ ਰਿਹਾ, ਉਹਨਾਂ ਚਿਰ ਬੰਧਨਾਂ ਤੋਂ ਮੁਕਤੀ ਨਹੀਂ ਮਿਲੇਗੀ। ਇਹਨਾਂ ਬੰਧਨਾਂ ਤੋਂ ਛੁਟਕਾਰਾ ਪਾਉਣ ਦਾ ਤਰੀਕਾ ਸਤ ਸੰਗਤ ਦਾ ਓਟ ਆਸਰਾ ਹੈ। ਸਤਿਗੁਰੂ ਜੀ ਨੇ ਜਿੱਥੇ ਨਾਮ ਦੀ ਗੱਲ ਕਹੀ, ਨਾਮ ਦੀ ਵਿਚਾਰਧਾਰਾ ਵਾਲੇ ਲੋਕਾਂ ਦੀ ਗੱਲ ਕੀਤੀ। ਸੰਤਨ ਦਾ ਅਰਥ ਹੈ ਨਾਮ ਦੀ ਵਿਚਾਰਧਾਰਾ ਵਾਲੇ ਲੋਕ। ਭਾਈ ਜਦੋਂ ਤੂੰ ਉਹਨਾਂ ਦੀ ਸ਼ਰਨ ਚ ਆ ਜਾਏਗਾ, ਭਾਵ ਉਹਨਾਂ ਦੇ ਬਚਨ ਹਿਰਦੇ ਚ ਵਸਾ ਲਏਗਾ, ਤੂੰ ਇੱਕ ਛਿਨ ਦੇ ਵਿੱਚ, ਛਿਨ ਦਾ ਅਰਥ ਹੁੰਦਾ ਹੈ ਅੱਖੀ ਝਮਕਣ ਜਿੰਨਾ, ਪਲ ਝਮਕਣ ਜਿੰਨਾ ਮੌਕਾ ਜਿਹੜਾ ਹੁੰਦਾ, ਇੰਨੇ ਚਿਰ ਚ ਤੂੰ ਮੁਕਤ ਹੋ ਜਾਏਗਾ। ਮੁਕਤੀ ਦੀ ਖਾਤਰ ਕੋ ਬਹੁਤ ਤੈਨੂੰ ਘਰ ਛੱਡ ਕੇ ਇੱਧਰ ਉੱਧਰ ਫਿਰਨ ਦੀ ਲੋੜ ਨਹੀਂ ਹੈ। ਮੁਕਤੀ ਤਾਂ ਘਰ ਵਿੱਚ ਹੀ ਹੈ। ਔਰ ਬਾਹਰਲੀ ਮੁਕਤੀ ਜਿਹਦਾ ਚਰਚਾ ਆਮ ਦੁਨਿਆਵੀ ਲੋਕ ਕਰਦੇ ਨੇ ਕਿ ਮਰਨ ਤੋਂ ਬਾਅਦ ਮੁਕਤੀ ਮਿਲੇਗੀ, ਉਹ ਮੁਕਤੀ ਦੀ ਸਾਨੂੰ ਕੋਈ ਲੋੜ ਨਹੀਂ ਹੈ। ਉਹ ਮੁਕਤੀ ਕੀ ਚੀਜ਼ ਹੈ? ਉਹਨੂੰ ਤੇ ਤਿਆਗ ਦਿੱਤਾ ਰੱਬ ਦੇ ਪਿਆਰਿਆਂ। ਉਹ ਤੇ ਕਹਿੰਦੇ ਕਮਨ ਸੁਰਗ ਕਿਆ ਨਰਕ ਵਿਚਾਰਾ ਸੰਤਨ ਦੋ ਰਾਦੇ ਮੁਕਤ ਬੱਪੜੀ ਪੀ ਗਿਆਨੀ ਤਿਆਗੇ। ਗਿਆਨਵਾਨ ਲੋਕਾਂ ਨੇ ਇਹਨੂੰ ਵਿਚਾਰੀ ਜੀ ਕਹਿ ਕੇ ਛੱਡ ਦਿੱਤਾ। ਉਹ ਤੇ ਹਮੇਸ਼ਾ ਗੁਰੂ ਕੋਲ ਅਰਦਾਸ ਕਰਦੇ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਪਾਤਸ਼ਾਹ ਕਿਸੇ ਰਾਜ ਦੀ ਲੋੜ ਨਹੀਂ ਮੈਨੂੰ, ਕਿਸੇ ਹੋਰ ਮੁਕਤੀ ਦੀ ਲੋੜ ਵੀ ਨਹੀਂ ਮੈਨੂੰ। ਮੈਨੂੰ ਤੇ ਤੇਰੇ ਚਰਨਾਂ ਦਾ ਪਿਆਰ ਚਾਹੀਦਾ। ਪਰਮਾਤਮਾ ਦੇ ਚਰਨਾਂ ਦਾ ਪਿਆਰ ਹਰ ਚੀਜ਼ ਤੋਂ ਉੱਤਮ ਹੈ, ਮਹਾਨ ਹੈ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਜੀ ਦੇ ਨਾਮ ਦੀ ਪ੍ਰੀਤ ਸੁਖਦਾਈ ਹੈ। ਸਤਿਪੁਰਖਾਂ ਕੋਲ ਆ ਕੇ ਤੂੰ ਉਹਨਾਂ ਦੀ ਸ਼ਰਨ ਪਕੜ, ਉਹਨਾਂ ਦੇ ਮਾਰਗ ਤੇ ਚੱਲ, ਇੱਕ ਛਿਨ ਵਿੱਚ ਤੂੰ ਮੁਕਤ ਹੋ ਜਾਏਗਾ। ਸੇ ਸਤਿਗੁਰੂ ਜੀ ਕਹਿੰਦੇ ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੇ ਪੀ ਨਾਹੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਆ, ਇਹ ਬਚਨ ਕਹਿ ਰਹੇ ਭਾਈ, ਜੇ ਪ੍ਰਮਾਤਮਾ ਦੇ ਪਿਆਰ 'ਚ ਨਹੀਂ ਜੁੜੋਗੇ, ਵਾਹਿਗੁਰੂ ਜੀ ਦਾ ਸ਼ੁਕਰਾਨਾ ਨਹੀਂ ਕਰੋਗੇ, ਆਪਣੀ ਜ਼ਿੰਦਗੀ ਦਾ ਜੋ ਅਸਲੀ ਧਰਮ ਉਹਦੇ ਨਾਲ ਨਹੀਂ ਜੁੜੋਗੇ, ਤੇ ਗੁਰੂ ਬਾਬਾ ਜੀ ਕਹਿੰਦੇ ਫਿਰ ਤੇ ਸੁਪਨੇ 'ਚ ਵੀ ਸੁੱਖ ਨਹੀਂ ਮਿਲਣਾ। ਆਮ ਕਲਪਨਾ ਤੇ ਵੱਖਰੀ ਜੀ ਗੱਲ ਹੈ। ਇੱਕ ਹੁੰਦਾ ਨਾ ਕਿ ਸੁਪਨਾ ਹੀ ਵਧੀਆ ਆ ਜਾਏ। ਕਈ ਵਾਰੀ ਨਾ ਸੁਪਨੇ 'ਚ ਵੀ ਅਸੀਂ ਬੜੇ ਸੁਖੀ ਹੋ ਜਾਂਦੇ ਹਾਂ, ਬੜੇ ਵਧੀਆ ਵਧੀਆ ਸੁਪਨੇ ਆਉਂਦੇ ਨੇ ਕਈ ਵਾਰੀ। ਸਤਿਗੁਰੂ ਜੀ ਕਹਿੰਦੇ ਸੁਪਨੇ 'ਚ ਵੀ ਸੁੱਖ ਨਹੀਂ ਮਿਲਣਾ ਜੇ ਪ੍ਰਮਾਤਮਾ ਨੂੰ ਭੁਲਾ ਦਿੱਤਾ, ਜੇ ਪ੍ਰਮਾਤਮਾ ਨਾਲੋਂ ਟੁੱਟ ਗਏ। ਸਾਡੇ ਦੁੱਖਾਂ ਦਾ ਕਾਰਨ ਕੇਵਲ ਤਾਂ ਕੇਵਲ ਇਹ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਬਚਨ ਕਿ ਹਰ ਕੇ ਨਾਮ ਬਿਨਾ ਦੁੱਖ ਪਾਵੈ, ਭਗਤ ਬਿਨਾ ਸਹਿਸਾ ਨਹੀਂ ਚੂਕੈ, ਗੁਰ ਜੈ ਭੇਦ ਬਤਾਵੈ। ਗੁਰੂ ਨੇ ਸਾਨੂੰ ਇਹ ਭੇਦ ਦਿੱਤਾ ਹੈ ਕਿ ਸਾਡੇ ਦੁੱਖਾਂ ਦਾ ਕਾਰਨ ਹੋਰ ਕੋਈ ਚੀਜ਼ ਨਹੀਂ ਹੈ। ਸਾਡੇ ਦੁੱਖਾਂ ਦਾ ਕਾਰਨ ਕਿ ਅਸੀਂ ਪਰਮਾਤਮਾ ਨੂੰ ਭੁਲਾ ਦਿੱਤਾ ਹੈ, ਉਹਦੇ ਨਾਮ ਨਾਲੋਂ ਟੁੱਟ ਗਏ ਹਾਂ। ਤੇ ਨਾਮ ਨਾਲੋਂ ਟੁੱਟ ਕੇ ਅਸੀਂ ਕਦੀ ਸੁਖੀ ਨਹੀਂ ਹੋ ਸਕਦੇ। ਇਹ ਠੀਕ ਹੈ ਕਿ ਅਸੀਂ ਦੁਨਿਆਵੀ ਤੌਰ ਤੇ ਕਵਾਂਗੇ ਬਹੁਤ ਧਨ ਹੈ ਸਾਡੇ ਕੋਲ, ਬਹੁਤ ਜਾਇਦਾਦ ਹੈ ਸਾਡੇ ਕੋਲ, ਹੋਰ ਬਹੁਤ ਕੁਝ ਹੈ। ਲੇਕਿਨ ਜੇ ਵਾਹਿਗੁਰੂ ਜੀ ਦਾ ਨਾਮ ਨਹੀਂ ਤੇ ਆਪਾਂ ਕਦੀ ਸੁਖੀ ਨਹੀਂ ਹੋ ਸਕਾਂਗੇ। ਸਤਿਗੁਰੂ ਸਾਹਿਬ ਜੀ ਨੇ ਉਹਨਾਂ ਲੋਕਾਂ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਪਰਮਾਤਮਾ ਨੂੰ ਭੁਲਾ ਦਿੱਤਾ। ਭਾਵੇਂ ਜਿੰਨੇ ਮਰਜ਼ੀ ਵਧੀਆ ਥਾਵਾਂ ਤੇ ਰਹਿੰਦੇ ਨੇ, ਵੱਡੇ ਵੱਡੇ ਦੁਨੀਆ ਦੇ ਰੰਗ ਤਮਾਸ਼ੇ ਵੀ ਮਾਣਦੇ ਨੇ, ਦੁਨੀਆ ਦੇ ਰਾਜ ਭਾਗ ਵੀ ਮਾਣਦੇ ਨੇ। ਜੈ ਸ੍ਰੀ ਰਾਗ ਕੀ ਵਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਹੈ। ਸਤਿਗੁਰੂ ਜੀ ਨੇ ਉਸ ਪਵਿੱਤਰ ਬਾਣੀ ਅੰਦਰ ਇੱਕ ਬਚਨ ਕਿਹਾ, ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਣੈ, ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਪਰਮਣੈ। ਸਤਿਗੁਰੂ ਜੀ ਕਹਿੰਦੇ ਕੋ ਸਵਰਗ ਵਰਗੇ ਮੁਲਕ ਚ ਵਸਦਾ ਹੋਏ। ਸਵਰਗ ਦਾ ਅਰਥ ਹੈ ਕਿ ਜੋ ਮੈਂ ਚਾਹਾਂ ਉਹ ਮਿਲਦਾ ਜਾਏ। ਸਵੈ ਅਰਗ, ਆਪਣੇ ਮਨ ਚ ਜੋ ਖਿਆਲ ਆਏ ਉਹ ਪੂਰਾ ਹੁੰਦਾ ਜਾਏ। ਕੋਈ ਸਵਰਗ ਵਰਗੇ ਮੁਲਕਾਂ ਚ ਰਹਿੰਦਾ ਹੋਏ ਬੰਦਾ, ਇਸ ਮਨੁੱਖ ਨੂੰ ਇਹ ਗੱਲ ਕਹੀ ਗਈ ਕਿ ਕੋਈ ਸਵਰਗ ਹੈ। ਤੇ ਉਸ ਸਵਰਗ ਦੇ ਵਿੱਚ ਜਾਣ ਲਈ ਦਾਨ ਪੁੰਨ ਕਰੋ, ਉਸ ਸਵਰਗ ਵਿੱਚ ਜਾਣ ਲਈ ਤੁਸੀਂ ਤੀਰਥ ਇਸ਼ਨਾਨ ਕਰੋ, ਉਸ ਸਵਰਗ ਵਿੱਚ ਜਾਣ ਲਈ ਤੁਸੀਂ ਪਾਠ ਪੂਜਾ ਕਰੋ। ਕੋਈ ਸਵਰਗ ਹੈ, ਪਰ ਹੈ ਇਹ ਜ਼ਿੰਦਗੀ ਤੋਂ ਬਾਅਦ। ਤੇ ਗੁਰਬਾਣੀ ਕਹਿੰਦੀ ਜੋ ਹੁਣ ਨਹੀਂ ਹੈ
ਜ਼ਿੰਦਗੀ ਤੋਂ ਬਾਅਦ ਵਾਲੇ ਦੀ ਸਾਨੂੰ ਲੋੜ ਕੀ? ਲੋੜ ਤਾਂ ਹੋਣ ਹੈ, ਦੁਖੀ ਤੇ ਹੋਣਾ ਜ਼ਰੂਰ ਤਾਂ ਹੋਣ ਹੈ, ਦੁੱਖਾਂ 'ਚ ਤਾਂ ਹੋਣ ਪਏ ਆਪਾਂ। ਲੇਕਿਨ ਮਨੁੱਖ ਨੂੰ ਇੱਕ ਧਾਰਮਿਕ ਲੋਕਾਂ ਨੇ ਲਾਰਾ ਜਿਹਾ ਲਾਤਾ ਕਿਸੇ ਅਣਦਿਸ ਦੇ ਸਵਰਗ ਦਾ, ਜਿਹੜਾ ਦੇਖਿਆ ਹੀ ਨਹੀਂ। ਜਿਹੜੇ ਕਹਿੰਦੇ ਨਾ ਸਵਰਗ ਹੈਗਾ ਕੋਈ, ਜਾਂ ਸਵਰਗ ਦੀਆਂ ਕਈ ਤਰ੍ਹਾਂ ਦੀਆਂ ਸਾਨੂੰ ਝਾਕੀਆਂ ਦਿਖਾਉਂਦੇ ਨੇ, ਉਹਨਾਂ ਨੂੰ ਕਿਹਾ ਕਰੋ ਫਿਰ ਚਲਿਆ ਜਾ ਉੱਥੇ, ਤੂੰ ਇੱਥੇ ਕੀ ਕਰਦਾ? ਜੇ ਸਵਰਗ ਵੱਖਰਾ ਹੈ ਇਸ ਧਰਤੀ ਤੋਂ, ਜੇ ਧਰਤੀ ਸਵਰਗ ਨਹੀਂ ਹੈ ਤੇ ਤੂੰ ਉਸ ਦੁਨੀਆ 'ਚ ਕਿਉਂ ਨਹੀਂ ਜਾਂਦਾ ਵੀ ਜਿੱਥੇ ਇੰਨੇ ਸੁੱਖ ਨੇ? ਇੱਥੇ ਕੀ ਬਿਠਾ ਕਰਦਾ? ਲੋਕਾਂ ਨੂੰ ਉਪਦੇਸ਼ ਦੇ ਰਹੇ ਆ, ਦਾਨ ਕਰੋ, ਪੁੰਨ ਕਰੋ, ਸਵਰਗ ਜਾਓਗੇ। ਤੇ ਤੂੰ ਕਿਵੇਂ ਜਾਏਗਾ ਬਈ? ਤੂੰ ਚਲਿਆ ਜਾ ਫਿਰ। ਗੁਰਬਾਣੀ ਕਹਿੰਦੀ ਇਹ ਤੁਹਾਡੇ ਅੰਦਰ ਹੀ ਸਵਰਗ ਹੈ, ਤੁਹਾਡੇ ਅੰਦਰ ਹੀ ਨਰਕ ਹੈ। ਤੁਸੀਂ ਜਦੋਂ ਅੰਦਰੋਂ ਪਿਆਰ 'ਚ ਭਿੱਜੇ ਹੋਏ ਹੋ, ਵਾਹਿਗੁਰੂ ਜੀ ਦੇ ਰੰਗ ਜੁੜੇ ਹੋਏ ਹੋ, ਦੁਨੀਆ ਦਾ ਕੋਈ ਸਵਰਗ ਉਹਦੀ ਬਰਾਬਰਤਾ ਨਹੀਂ ਕਰ ਸਕਦਾ ਜੋ ਸੁੱਖ ਮਿਲਦਾ ਹੈ। ਤੇ ਜੇ ਤੁਸੀਂ ਅੰਦਰੋਂ ਚਿੰਤਾ ਵਿੱਚ ਹੋ, ਜੇ ਤੁਸੀਂ ਅੰਦਰੋਂ ਦੁਖੀ ਹੋ, ਕ੍ਰੋਧ ਵਿੱਚ ਹੋ, ਅੰਦਰੋਂ ਤਾਂ ਸੜ ਰਿਹਾ ਹੁੰਦਾ ਬੰਦਾ, ਕਿੰਨਾ ਸੇਕ ਨਿਕਲਦਾ ਹੈ ਅੰਦਰ ਬੰਦੇ ਦੇ ਕ੍ਰੋਧ ਹੋਏ, ਦੂਜਿਆਂ ਨੂੰ ਵੀ ਸੇਕ ਦਾ ਅਸਰ ਪਹੁੰਚਦਾ ਹੈ। ਇਹਦੋਂ ਵੱਡਾ ਕੋਈ ਨਰਕ ਹੈ? ਨਰਕ ਦੀ ਅੱਗ ਭਿਆਨਕ ਹੈ ਇਹਦੋਂ ਵੱਡੀ। ਜਿਸ ਨਰਕ ਦੀ ਗੱਲ ਕੀਤੀ ਹੈ ਧਾਰਮਿਕ ਲੋਕਾਂ ਨੇ ਕਿ ਉੱਥੇ ਅੱਗ ਬਲਦੀ ਹੈ, ਨਰਕਾਂ ਸਾੜਿਆ ਜਾਂਦਾ, ਉਹ ਤੇ ਜੇ ਹੋਊਗੀ ਕੋਈ ਜਿਹੜੇ ਗਏ ਉਹਨਾਂ ਲਈ ਹੈ, ਉਹ ਤੇ ਵਿੱਚ ਤਾਂ ਉਹੀ ਚੜਨਗੇ ਜੋ ਕਲਪਤ ਅੱਗ ਹੈ। ਪਰ ਜਿਹੜੀ ਅੱਗ ਇੱਥੇ ਬਲਦੀ ਹੈ ਤੇ ਦੂਜਿਆਂ ਨੂੰ ਵੀ ਸਾੜ ਰਹੀ ਹੈ। ਕ੍ਰੋਧ ਦੀ ਅੱਗ ਮੈਨੂੰ ਸਾੜੇਗੀ, ਮੇਰੇ ਨੇੜੇ ਤੇੜੇ ਵਾਲਿਆਂ ਨੂੰ ਵੀ ਉਹ ਸਾੜ ਕੇ ਰੱਖ ਦੇਗੀ। ਸਾਡੇ ਅੰਦਰ ਜਿਹੜੀਆਂ ਬੁਰਾਈਆਂ ਦੀ ਅੱਗ ਹੈ, ਦੇਖਦੇ ਹਾਂ ਜਦੋਂ ਬਾਬਾ ਨਾਨਕ ਜੀ ਕਹਿੰਦੇ ਨੇ ਕਿ ਜਲਤੀ ਸਭ ਪ੍ਰਿਥਵੀ ਦਿਸ ਆਈ, ਸਾਰੀ ਧਰਤੀ ਸੜ ਰਹੀ ਹੈ। ਉਹ ਕਾਹਦੇ ਲਈ ਸੜ ਰਹੀ? ਕਿਉਂ ਸੜ ਰਹੀ ਹੈ? ਉਹਦਾ ਕਾਰਨ ਇਹ ਹੈ ਕਿ ਸਾਡੇ ਅੰਦਰ ਜਿਹੜੀ ਅੱਗ ਹੈ ਉਹ ਆਲੇ ਦੁਆਲੇ ਵੀ ਅਸੀਂ ਭੰਮੜੀ ਮਚਾਈ ਚਲੇ ਜਾਂਦੇ ਹਾਂ। ਕ੍ਰੋਧ ਵਿੱਚ ਆ ਗਏ, ਗੁੱਸੇ 'ਚ ਲੜਾਈ ਹੋ ਗਈ, ਝਗੜਾ ਹੋ ਗਿਆ, ਦੰਗੇ ਬਸਾਤ ਹੋ ਗਏ, ਅੱਗ ਲੱਗ ਗਈ ਨਾ ਸਮਾਜ ਨੂੰ। ਉਹ ਅੱਗ ਜਿਹੜੀ ਹੈ ਜਾਂ ਨਹੀਂ ਹੈ, ਉਹ ਕਿੰਨੀ ਖਤਰਨਾਕ ਹੈ, ਉਹ ਤੇ ਉਹਦੇ ਲਈ ਹੋਏਗੀ ਜਿਹੜਾ ਗਿਆ। ਪਰ ਆਹ ਅੱਗ ਤਾਂ ਬੜੀ ਖਤਰਨਾਕ ਹੈ, ਗੁੱਸੇ ਦੀ ਅੱਗ। ਇਹ ਤੇ ਸਮਾਜ ਨੂੰ ਸੜ ਕੇ ਰੱਖ ਦਿੰਦੀ ਹੈ, ਘਰਾਂ ਦੇ ਘਰ ਬਰਬਾਦ ਕਰ ਦਿੰਦੀ ਹੈ। ਈਰਖਾ ਦੀ ਅੱਗ, ਤ੍ਰਿਸ਼ਨਾ ਦੀ ਅੱਗ, ਜਿਹਨੇ ਲੋਕਾਂ ਦੇ ਪਰਿਵਾਰ ਬਰਬਾਦ ਕਰਤੇ। ਮੇਰੇ ਮਨ ਅੰਦਰ ਤ੍ਰਿਸ਼ਨਾ ਕਿ ਮੈਂ ਝੱਟ ਮੈਂ ਮਾਇਆ ਧਾਰੀ ਬਣ ਜਾਵਾਂ, ਬੜਾ ਧਨ ਦੌਲਤ ਆ ਜਾਏ। ਫਿਰ ਖਿਆਲ ਆਇਆ, ਕਿਸੇ ਨੇ ਦੱਸਿਆ ਜੇ ਪੈਸਾ ਕਮਾਉਣਾ ਤੇ ਡਰੱਗ ਦਾ ਕੰਮ ਕਰਿਆ ਕਰ, ਨਸ਼ੇ ਵੇਚਿਆ ਕਰ। ਦੇਖਦੇ ਵੱਡੇ ਵੱਡੇ ਲੀਡਰ ਸਭ ਡਰੱਗ ਦਾ ਕੰਮ ਕਰਦੇ ਨੇ, ਐਵੇਂ ਨਹੀਂ ਇੰਨੀਆਂ ਬੱਸਾਂ ਤੁਰੀਆਂ ਫਿਰਦੀਆਂ। ਕਦੀ ਇਹਨਾਂ ਨੇ ਪਸੀਨਾ ਵਹਾਇਆ ਆਪਣਾ, ਇਹਨਾਂ ਨੇ ਕਿਰਤ ਕੀਤੀ ਕਦੇ? ਕਿੱਥੋਂ ਪੈਸਾ ਹੁੰਦਾ ਇਹਨਾਂ ਦਾ? ਇੱਕ ਕਿਰਤੀ ਬੰਦਾ ਸਾਰਾ ਦਿਨ ਕਿਰਤ ਕਰਦਾ, ਕੋਈ ਦੁਕਾਨ ਤੇ, ਕੋਈ ਕਿਤੇ ਬੈਠਾ ਸਾਰਾ ਦਿਨ ਬਤੀਤ ਕਰ ਦਿੰਦਾ ਹੈ, ਤੇ ਇਹ ਕਿਹੜਾ ਕੰਮ ਕਰਦੇ ਨੇ ਕਿ ਇਹਨਾਂ ਦੀ ਆਏ ਦਿਨ ਪ੍ਰਾਪਰਟੀ ਵੱਧਦੀ ਚਲੀ ਜਾਂਦੀ ਹੈ। 5 ਸਾਲਾਂ ਬਾਅਦ ਕਈ ਗੁਣਾ ਵੱਧ ਜਾਂਦੀ ਹੈ, ਦੁਗਣੀ ਵੀ ਨਹੀਂ, ਕਈ ਗੁਣਾ ਵੱਧ ਜਾਂਦੀ ਹੈ। ਦਿਨਾਂ 'ਚ ਜਿਹੜੇ ਨੇ ਅਰਬਪਤੀਆਂ ਤੋਂ ਵੀ ਅੱਗੇ ਚਲੇ ਜਾਂਦੇ ਨੇ। ਇਹ ਕਿੱਦਾਂ ਵੱਧਦੀ ਹੈ? ਉਹ ਤ੍ਰਿਸ਼ਨਾ ਹੈ ਅੰਦਰ। ਉਹ ਤ੍ਰਿਸ਼ਨਾ ਕਹਿੰਦੀ ਕਿ ਜਲਦੀ ਅੱਗੇ ਵਧਣਾ ਤੇ ਫਿਰ ਨਸ਼ੇ ਹੀ ਵੇਚੋ, ਗਲਤ ਕੰਮ ਕਰੋ, ਵੱਢੀ ਲਾਓ, ਲੋਕਾਂ ਦੇ ਕੋਲੋਂ ਰਿਸ਼ਵਤ ਖੋਈ ਜਾਓ, ਕੰਪਨੀਆਂ ਦੇ ਕੋਲੋਂ ਪੈਸਾ ਖੋਈ ਚਲੇ ਜਾਓ, ਝੱਟ ਆਜ਼ਾਦ ਹੋ ਜਾਵਾਂਗੇ, ਝੱਟ ਅਸੀਂ ਅਮੀਰ ਬਣ ਜਾਵਾਂਗੇ। ਇਹਦੋਂ ਖਤਰਨਾਕ ਅੱਗ ਹੈ ਕੋਈ? ਤ੍ਰਿਸ਼ਨਾ ਦੀ ਅੱਗ ਨੇ ਸਾਡਾ ਪੰਜਾਬ ਬਰਬਾਦ ਕਰ ਦਿੱਤਾ। ਇਹੋ ਜਿਹੇ ਤ੍ਰਿਸ਼ਨਾਲੂ ਲੋਕਾਂ ਨੇ, ਲੀਡਰਾਂ ਨੇ ਨਸ਼ੇ ਵੇਚ-ਵੇਚ ਕੇ ਲੋਕਾਂ ਦੇ ਘਰ ਬਰਬਾਦ ਕਰ ਦਿੱਤੇ ਪੈਸੇ ਕਮਾਉਣ ਦੇ ਲਈ। ਇਹਦੋਂ ਖਤਰਨਾਕ ਅੱਗ ਹੈ ਕੋਈ ਨਰਕਾਂ ਦੀ? ਨਰਕ ਦੀ ਅੱਗ ਜਿਹੜੀ ਕਹੀ ਉਹ ਤੇ ਉਹਦੇ ਲਈ ਹੋਏਗੀ ਜਿਹੜਾ ਜਾਏਗਾ। ਲੇਕਿਨ ਇਹ ਜਿਹੜੀ ਅੱਗ ਤ੍ਰਿਸ਼ਨਾ ਦੀ ਹੈ, ਈਰਖਾ ਦੀ ਅੱਗ ਹੈ, ਦੁਵੈਤ ਦੀ ਅੱਗ ਹੈ, ਇਹਨੇ ਤੇ ਸਾਡਾ ਸਮਾਜ ਬਰਬਾਦ ਕਰ ਦਿੱਤਾ ਹੈ। ਇਸ ਅੱਗ ਨੇ ਬੜੀ ਖਤਰਨਾਕ ਅੱਗ ਹੈ। ਤ੍ਰਿਸ਼ਨਾ ਅਗਨ ਜਲਤ ਸੰਸਾਰਾ, ਗੁਰੂ ਕੀ ਪਵਿੱਤਰ ਬਾਣੀ ਕਹਿੰਦੀ ਹੈ ਤ੍ਰਿਸ਼ਨਾ ਦੀ ਅੱਗ ਵਿੱਚ ਸੰਸਾਰ ਸੜ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਹ ਅੱਗ ਬੜੀ ਖਤਰਨਾਕ ਹੈ, ਇਸ ਅੱਗ ਤੋਂ ਬਚ ਜਾਈਏ, ਹੋਰ ਅੱਗ ਦੀ ਸਾਨੂੰ ਕੋਈ ਪਰਵਾਹ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਬੰਦਿਆ ਜੇ ਬਚਣਾ ਚਾਹੁੰਦਾ ਇੱਕੋ ਇੱਕ ਤਰੀਕਾ ਹੈ, ਸਤ ਸੰਗਤ ਵਿੱਚ ਆ। ਸਤ ਸੰਗਤ ਵਿੱਚ ਆ ਕੇ ਸਤ ਸੰਗਤ ਦੀ ਸ਼ਰਨ ਲੈ। ਇੱਕ ਹੈ ਸੰਗਤ ਵਿੱਚ ਆਉਣਾ। ਜਿਵੇਂ ਅਸੀਂ ਸਰੀਰਕ ਤੌਰ ਤੇ ਗੁਰੂ ਕੀ ਪਵਿੱਤਰ ਹਜ਼ੂਰੀ ਵਿੱਚ ਬੈਠੇ ਹਾਂ, ਇਹ ਸਾਡੇ ਵੱਡੇ ਭਾਗ ਨੇ, ਮੁਬਾਰਕ ਹੈ। ਇੱਕ ਹੈ ਸਤ ਸੰਗਤ ਦੀ ਸ਼ਰਨ ਲੈ ਲੈਣੀ। ਆਉਣਾ ਪਹਿਲਾ ਪੜਾਅ ਹੈ, ਲੇਕਿਨ ਸ਼ਰਨ ਲੈ ਲੈਣੀ ਇਹ ਉਦੋਂ ਅਗਲੀ ਗੱਲ ਹੈ।
शरण लैण का अर्थ है कि जो कुछ सत संगत विच गुरु की पवित्र बाणी कहती है वो मेरी सुरत विच वस गया, मैं उहदे अनुसार ही कोई काम करा। जे मैनू गुरु की बाणी कहती कि पर का बुरा ना राखो चीत तुमको दुख नहीं पाई मीत, मैं बुरा ना करा किसी का, मैं किसी के बारे बुरा सोचा ही ना, मैं किसी नाल ईरखा ना करा, मैं किसी का हक ना मारा। यह है सतसंगत की शरण लैनी। जदों असी सतसंगत की शरण लै लई, भाव गुरु के बचन साडी सुरत विच वस गए, सतगुरु जी ने तो एक गारंटी दी सिख नूं। वो गारंटी ये है कि सुन उपदेश हिरदे बसावो, मन इच्छे नानक फल पावो। गुरु की गल सुन के हिरदे च वसा लो। गुरु की गल हिरदे च वसाउणा ही सतसंगत की शरण है। जदों असी अपने हिरदे च गुरु की गल वसा लवांगे, जो चाहांगे मिली जाएगा। एक चीज की लोड़ है कि आप जी 13 दिन नंगे, 11 दिन नंगे वारी या 41 दिन नंगे पैरी जाना, की लोड़ पई है? तुसी भावें गुरु की हजूरी च जां गुरु के दर ते आउणा है तो जोड़ा ही पा के आओ, कोई हर्ज नहीं है। जोड़े पाउण लई दिते ने रब ने, लेकिन गुरु कोल आके अपनी सुरत दे विचों अहंकार नूं उतार दिओ। जोड़े उतारन की लोड़ नहीं, लोड़ ते अहंकार त्यागण दी है। कपड़े उतारन की लोड़ नहीं, लोड़ ते अपने अंदरों ईरखा नूं खत्म करन दी सी। गुरबाणी ने किते नहीं कहा कि घर त्यागो जां तुसी होर कोई त्यागो। गुरबाणी एको गल कहंदी, साधो मन का मान त्यागो, काम क्रोध संगत दुर्जन की तांते अहनिस भागो। ओ मन दा मान त्याग दिओ, हंकार त्याग दिओ। सतगुरु जी कहते जिस मनुख ने गुरु की हजूरी च आके गुरु की शरण लै ली, अंदरों हंकार छड़ दिता, शरण बंदा कदों नहीं लैंदा? जो सोचता मैं बड़ा सियाणा, गुरबाणी दे विच ओहदी सुरत ही नहीं जुड़ेगी, जो बड़ा सियाणा समझेगा। गुरबाणी कहती तजो सियानप सुर जनो सिमरो हर हर राय। ओ बंदिओ सियाणिओ, चंगे बंदिओ, सियाणपन छड़ दिओ। जदों सियाणपन छड़ के शरण लै लवांगे, मुगत होए छिन्नमाई। एक छिन्न दे अंदर बंदा मुगत हो जाएगा, सुतंत्र हो जाएगा, उहदे बंधन कटे जाणगे। जन नानक भगवंत भजन बिन सुख सुपने भी नाही। तानू गुरु तेग बहादुर साहब जी महाराज कहते ने, भाई वाहिगुरु जी दे भजन तो बिना, भगती तो बिना सुपने विच भी सुख नहीं मिल सकता। जिन्ना मर्जी असी जतन करिए, जिन्ने साडे जतन ने ये सुखां दी खातर ने कि सानू सुख मिलेगा। जतन तो देखो करने चाहिए ने। असी मेहनत करने लिए आए हैं, अगे वधन के लिए आए हैं, जिंदगी च तरक्की करना साडा अधिकार है। लेकिन जे असी सोचिए कि बाहरले जतन राही सुख मिल जाएगा, सतगुरु जी कहते नहीं। सुख मिलना जो अंदरों अहंकार मिट गया। वो अहंकार मिटना जो असी सतसंगत की शरण लै लवांगे। जदों साडे अंदरों अहंकार मिट गया, उस वेले असी सुतंत्र हो जावांगे, मुक्त हो जावांगे। वो मुक्ति उਡੀਕਣ की सानू लोड़ ही नहीं है कि कदों असी मरीए तो कदों साडी मुक्ति लिए को अरदास करे। उस मुक्ति की सानू लोड़ नहीं है। मुक्ति चाहिए है हुण। मरण तो बाद मिल भी गई, किसी को की पता है मिली कि नहीं मिली। हुण मुक्ति नूं माणांगे, लोकां नूं पता लगेगा बंदा ये मुक्त है, सुतंत्र है। वो मुक्ति का अर्थ है दुखां तो, विकारां तो, चिंता तो, ईरखा तो मुक्ति। वो मुक्ति उदों मिलनी है जदों सतसंगत विच असीं आके सतसंगत की शरण ले लवांगे। नहीं तो सतगुरु जी कहते सुपने विच भी सुख नहीं मिलना। जो मर्जी करते रहिए। सतगुरु जी मेहर करन, गुरु के ये पवित्र बचन साडे हिरदे च वसन जी। इन्नियां बेनतियां प्रवान करनियां, भुल्लां चुक्कां दी खिमा बख्श देनी। गरीब नवाज सतगुरु जी समूह संगतां दे सिर ते मेहर भरे हाथ रखन, अपने दरों घरों नाम बाणी दा प्यार बख्श के किरतार्थ करन जी। सारे ही प्यार सहित बुलाओ। वाहिगुरु जी का खालसा, वाहिगुरु जी की फतेह।